ਪਹਿਲਾਂ ਤਾਂ ਉਹਨੂੰ ਸਹਾਅ ਹੀ ਲਈਏ। ਹੱਥ ਨਾ ਨਹੀਂ ਕਰੰਟ ਆਉਂਦੇ। ਇੱਕ ਲੀਡਰ ਲਗਾ ਤਕਰੀਰ ਕਰਨ ਲੱਗਾ ਤੇ ਪਿੱਛੇ ਉਹਨ ਬਾਹਾਂ ਵੱਧੀ ਦੀਆਂ ਸੀ। ਕਹਿੰਦਾ ਮਾਈਓ ਭੈਣੋ ਮਾਤੋ ਸਾਰਿਆਂ ਨੂੰ ਕਹਿ ਕੇ ਜਿਹੜੇ ਸਪੀਕਰ ਨੂੰ ਹੱਥ ਲਾਇਆ ਤੇ ਕਹਿੰਦਾ ਉਹ ਤੁਹਾਡੀ ਮਾਂ ਦੀ ਉਹ ਕਰੰਟ ਪਿਆ। ਪਹਿਲਾਂ ਕਹਿੰਦਾ ਮਾਈਓ ਭੈਣੋ ਬਜ਼ੁਰਗੋ ਤੇ ਮਗਰੋਂ ਗਾਲ ਕੱਢ ਦਿੱਤੀ ਉਹਨੇ। ਕਰੰਟ ਪਿਆ ਉਹਨੂੰ। ਪੜ੍ਹੋ ਜੀ। ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਰਾਗ ਮਹੱਲਾ ਤੀਜਾ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਜਗ ਹਉਮੈ ਮੈਲ ਦੁਖ ਪਾਇਆ, ਮੈਲ ਲਾਗੀ ਦੂਜੈ ਭਾਏ। ਇਹ ਬਾਣੀ ਮਹਾਰਾਜ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ। ਉਹ ਸਾਡੇ ਦੁੱਖ ਦੱਸ ਰਹੇ ਹੈ ਕਿ ਤੁਹਾਨੂੰ ਦੁੱਖ ਕੀ ਹੈ ਤੇ ਕਿਉਂ ਤੁਹਾਨੂੰ ਦੁੱਖ ਆਇਆ ਹੈ। ਇਹ ਹਜ਼ਰਤ ਬਹੁ ਸਾਹਿਬ ਨੇ ਵੀ ਬਾਣੀ 'ਚ ਫਰਮਾਇਆ, ਪਲੀਤਾ ਪਲੀਤੀ ਕੀਤੀ ਬਹੁ, ਕੋਈ ਅਸਲ ਪਲੀਤੀ ਨਹੀਂ ਸੀ। ਅਸੀਂ ਪਲੀਤ ਨਹੀਂ ਸੀ, ਅਸੀਂ ਬੜੇ ਸਾਫ ਸੁਥਰੇ ਸੀ। ਪਰ ਜਦੋਂ ਅਸੀਂ ਪਲੀਤਾਂ ਦੇ ਨਾਲ ਸੰਗਤ ਕੀਤੀ ਅਸੀਂ ਪਲੀਤ ਹੋ ਗਏ, ਗੰਦੇ ਹੋ ਗਏ। ਗੁਰੂ ਸਾਹਿਬ ਜੀ ਫਰਮਾ ਰਹੇ ਕਿ ਦੁੱਖ ਕੀ ਹੈ। ਜਦੋਂ ਸਾਨੂੰ ਮੈਲ ਲੱਗ ਜਾਂਦੀ ਹੈ, ਕਿਸੇ ਵੀ ਕੱਪੜੇ ਨੂੰ ਮੈਲ ਲੱਗ ਜਾਂਦੀ, ਉਹ ਕੱਪੜਾ ਅਸੀਂ ਲਾਹ ਦਿੰਦੇ ਹਾਂ, ਉਸ ਨੂੰ ਲਾਉਂਦੇ ਨਹੀਂ। ਕਿਸੇ ਚੀਜ਼ ਨੂੰ ਮੈਲ ਲੱਗ ਜਾਂਦੀ ਹੈ, ਉਹਨੂੰ ਅਸੀਂ ਲਾਗਰ ਕਰਕੇ ਰੱਖ ਦਿੰਦੇ ਹਾਂ। ਉਹਦੇ ਮੈਲ ਲਾਹੁਣ ਵਾਸਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ। ਜਦੋਂ ਸਾਡੇ ਕਰਮਾਂ ਦੇ ਨਾਲ ਸਾਡੇ ਅੰਦਰ ਮੈਲ ਹੋ ਜਾਂਦੀ ਹੈ, ਉਸ ਵਕਤ ਸਾਡੇ ਨੂੰ ਸੁੱਖ ਜਿਹੜਾ ਸੁੱਖ ਦਾ ਰਾਹ ਛੁੱਟ ਜਾਂਦਾ ਹੈ। ਸੁੱਖ ਦਾ ਰਾਹ ਹੈ ਸਤਿਗੁਰ ਦਾ ਰਸਤਾ, ਸਤਿਗੁਰ ਦੀ ਸ਼ਰਨ। ਸਤਿਗੁਰ ਉਸ ਮਾਲਕ ਦੇ ਰਾਹ 'ਤੇ ਸਾਨੂੰ ਲਗਾਉਂਦਾ ਹੈ, ਅਸੀਂ ਉਹ ਰਸਤਾ ਛੱਡ ਦਿੰਦੇ ਹਾਂ। ਕਿਉਂ? ਸਾਡੇ 'ਚ ਮੈਲ ਹੋ ਜਾਂਦੀ ਹੈ। ਮੈਲ ਸਾਡੇ 'ਚ ਹੁੰਦੀ ਹੈ, ਅਸੀਂ ਸਾਰਿਆਂ 'ਚ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਕਈ ਵਾਰ ਅੱਗੇ ਵੀ ਇਹ ਸਾਖੀ ਸੁਣਾਈ ਹੈ ਕਿ ਮਾਇਆ ਨੇ ਇੱਕ ਮਹਾਤਮਾ ਦੇ ਨਾਲ ਬਹਿਸ ਮੁਹਾਸਾ ਕੀਤਾ ਕਿ ਮੇਰੇ ਸਿੱਖ ਜਿਹੜੇ ਬੜੇ ਸ਼ਰਧਾਲੂ, ਬੜੇ ਪ੍ਰੇਮੀ ਨੇ ਅਤੇ ਬੜੇ ਵਿਸ਼ਵਾਸ ਵਾਲੇ। ਮਹਾਤਮਾ ਨੂੰ ਕੋਈ ਤਸੱਲੀ ਸੀ। ਮਹਾਤਮਾ ਨੇ ਕਿਹਾ ਕਿ ਨਹੀਂ, ਜਿਹੜੇ ਮੇਰੇ ਸਿੱਖ ਨੇ ਉਹ ਬੜੇ ਵਿਸ਼ਵਾਸ ਵਾਲੇ ਆ ਔਰ ਬੜੀ ਤਸੱਲੀ ਹੈ, ਯਕੀਨ ਵਿਸ਼ਵਾਸ ਵਾਲੇ। ਚਲੋ ਉਹਨਾਂ ਦੀ ਪ੍ਰੀਖਿਆ ਕਰ ਲਈਏ। ਮਹਾਤਮਾ ਇੱਕ ਸਿੱਖ ਦੇ ਘਰ ਆ ਗਿਆ ਅਤੇ ਕਹਿਣ ਲੱਗਾ, ਭਾਈ ਸਿੱਖਾ, ਮੈਂ ਤੇਰੇ ਘਰ 1-2 ਦਿਨ ਰਹਿਣਾ ਹੈ। ਕਹਿਣ ਲੱਗੇ ਜੀ ਬੜੀ ਖੁਸ਼ੀ ਨਾਲ ਰਹੋ, ਪਰ ਜਿਸ ਕਮਰੇ ਵਿੱਚ ਮੈਂ ਰਹਿਣਾ ਮੈਂ ਉਸੇ ਵਿੱਚ ਰਹਿਣਾ, ਉਸ ਨੂੰ ਤਬਦੀਲ ਨਹੀਂ ਕਰਨਾ। ਕਹਿਣ ਲੱਗੇ ਜੀ ਕੋਈ ਗੱਲ ਨਹੀਂ, ਜੇ ਕੋਈ ਹੋਰ ਆਏਗਾ ਤਾਂ ਅਸੀਂ ਹੋਰ ਦੇ ਦਿਆਂਗੇ, ਤੁਸੀਂ ਬੜੀ ਖੁਸ਼ੀ ਨਾਲ ਰਹੋ। ਮਹਾਤਮਾ ਨੇ ਤਾਂ ਭਜਨ ਕਰਨਾ ਸੀ। ਪਿੱਛੇ ਪਿੱਛੇ ਜੋਗਣ ਰੂਪ ਬਣਾਇਆ, ਮਾਇਆ ਵੀ ਆ ਗਈ। ਦੇਖੋ ਹੁਣ ਮੈਲ ਕਿਸ ਤਰ੍ਹਾਂ ਲੱਗਦੀ ਹੈ। ਸਾਨੂੰ ਇਹ ਵੀ ਪਤਾ ਨਹੀਂ ਕਿ ਮੈਲ ਲੱਗਦੀ ਕਿੱਦਾਂ ਹੈ। ਜੋਗਣ ਨੇ ਵੀ ਕਿਹਾ, ਭਾਈ ਸਿੱਖਾ, ਮੈਂ ਵੀ ਤੇਰੇ ਘਰ 1-2 ਦਿਨ ਰਹਿਣਾ ਹੈ।
ਕਹਿੰਦੇ ਜੀ ਬੜੀ ਖੁਸ਼ੀ ਨਾਲ ਰਵੋ। ਉਹਨੂੰ ਵੀ ਕਮਰਾ ਦੇ ਦਿੱਤਾ ਇੱਕ। ਜਦੋਂ ਕਮਰਾ ਦੇ ਦਿੱਤਾ, ਉਸ ਨੇ ਕਿਹਾ ਭਾਈ ਸਿੱਖਾ, ਮੈਂ ਆਪਣਾ ਖਾਣਾ ਆਪ ਬਣਾਉਂਦੀ ਹਾਂ, ਮੈਨੂੰ ਤੁਸੀਂ ਰਸੋਈ ਦੇ ਭਾਂਡੇ ਦੇ ਦਿਓ। ਉਸ ਨੇ ਭਾਂਡੇ ਦੇ ਦਿੱਤੇ, ਪਰ ਖਾਣਾ ਕੀ ਬਣਾਉਣਾ ਸੀ, ਉਸ ਨੇ ਭਾਂਡੇ ਸੋਨੇ ਦੇ ਬਣਾ ਦਿੱਤੇ। ਦੇਖੋ ਹੁਣ ਕਿਸ ਤਰ੍ਹਾਂ ਸਿੱਖ ਦੇ ਅੰਦਰ ਮੈਲ ਜਾਂਦੀ ਹੈ ਅਤੇ ਕਿਸ ਤਰ੍ਹਾਂ ਵਿਛੋੜਾ ਪੈਂਦਾ ਸਤਿਗੁਰ ਦੇ ਨਾਲ। ਜਦੋਂ ਸੋਨੇ ਦੇ ਭਾਂਡੇ ਬਣਾ ਦਿੱਤੇ ਅਤੇ ਉਹ ਸੋਨੇ ਦੇ ਭਾਂਡੇ ਉਸ ਨੂੰ ਦੇ ਦਿੱਤੇ ਕਿ ਮੈਂ ਰੋਜ਼ ਨਵੇਂ ਭਾਂਡਿਆਂ 'ਚ ਖਾਣਾ ਬਣਾਉਂਦੀ ਹਾਂ, ਇਹ ਭਾਂਡੇ ਤੁਸੀਂ ਲੈ ਲਓ ਅਤੇ ਮੈਨੂੰ ਹੋਰ ਭਾਂਡੇ ਦੇ ਦਿਓ। ਜਦੋਂ ਸਿੱਖ ਨੇ ਉਹ ਭਾਂਡੇ ਦੇਖੇ, ਜਿਹੜਾ ਪੂਰਾ ਰੁਪਈਏ ਦਾ ਰੁਪਈਆ ਪਿਆਰ ਸੀ ਸਤਿਗੁਰ ਦੇ ਨਾਲ, ਉਹਦੇ 'ਚੋਂ 4 ਆਨੇ ਘੱਟ ਗਿਆ। ਸਾਡਾ ਪਿਆਰ ਜਿਹੜਾ ਹੈ ਉਹ ਸਾਡੇ ਖਿਆਲ ਹੈ, ਜਾਂ ਤਮੱਜੋ ਕਹਿ ਦਿਓ, ਖਿਆਲ ਕਹਿ ਦਿਓ, ਵਿਰਤੀ ਕਹਿ ਦਿਓ, ਇੱਕੋ ਹੀ ਚੀਜ਼। ਉਹ ਵਿਰਤੀ ਭਾਂਡਿਆਂ ਦੇ ਵੱਲ ਕੁਛ ਹੋ ਗਈ, ਮਹਾਤਮਾ ਵੱਲੋਂ ਘਟ ਗਏ। ਦੇਖੋ ਮੈਲ ਲੱਗਣਾ ਸ਼ੁਰੂ ਹੋ ਗਈ। ਦੂਸਰੇ ਦਿਨ ਵੀ ਉਸ ਨੇ ਸੋਨੇ ਦੇ ਭਾਂਡੇ ਬਣਾਏ ਅਤੇ ਦੇ ਦਿੱਤੇ, ਅਤੇ ਹੋਰ ਮੈਨੂੰ ਭਾਂਡੇ ਦੇ ਦੇ, ਮੈਂ ਰੋਜ਼ ਸੋਨੇ ਦੇ ਭਾਂਡਿਆਂ 'ਚ ਰੋਟੀ, ਰੋਜ਼ ਨਵੇਂ ਭਾਂਡਿਆਂ 'ਚ ਰੋਟੀ ਬਣਾਉਣੀ। ਜਦੋਂ ਦੂਸਰੇ ਦਿਨ ਵੀ ਉਹਨੂੰ ਸੋਨੇ ਦੇ ਦੇਖੇ, ਬੜਾ ਖੁਸ਼ ਹੋਇਆ ਅਤੇ ਦਿਲ ਵਿੱਚ ਇਹ ਸੋਚਿਆ ਕਿ ਮਹਾਤਮਾ ਦੇ ਅੰਦਰ ਵੜਿਆ, ਇਹ ਕੁਛ ਕਰਦਾ ਹੀ ਨਹੀਂ। ਇਹ ਜੋਗਣ ਬਹੁਤ ਅੱਛੀ ਹੈ ਜਿਹੜੀ ਸੋਨੇ ਦੇ ਭਾਂਡੇ ਬਣਾਉਂਦੀ ਹੈ। ਮਹਾਤਮਾ ਚਲਾ ਵੀ ਜਾਏ ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਨਹੀਂ ਜਾਣੀ ਚਾਹੀਦੀ। ਪਰ ਮੂਰਖ ਨੂੰ ਇਹ ਪਤਾ ਨਹੀਂ ਲੱਗਾ ਇਹ ਸੋਨੇ ਦੇ ਭਾਂਡੇ ਕਿਹਦੇ ਪਿੱਛੇ ਬਣ ਰਹੇ ਹੈ, ਪਹਿਲਾਂ ਕਿਉਂ ਨਹੀਂ ਬਣੇ। ਮੈਲ ਲੱਗਣਾ ਸ਼ੁਰੂ ਹੋ ਗਈ। ਇਹ ਦਿਲ 'ਚ ਭਾਵ ਆ ਗਿਆ। ਤੀਸਰੇ ਦਿਨ ਵੀ ਇਸੇ ਤਰ੍ਹਾਂ ਕੀਤਾ, ਚੌਥੇ ਦਿਨ ਵੀ ਕੀਤਾ, ਤਾਂ ਮਹਾਤਮਾ ਦਾ ਪਿਆਰ ਜਿਹੜਾ ਸੀ ਉਹ ਬਿਲਕੁਲ ਖਤਮ ਹੋ ਗਿਆ ਅਤੇ ਜੋਗਣ ਵੱਲ ਪਿਆਰ ਚਲਾ ਗਿਆ, ਉੱਧਰ ਧਿਆਨ ਚਲਾ ਗਿਆ। ਪਿਆਰ ਸਾਡਾ ਧਿਆਨ ਹੈ, ਖਿਆਲ ਹੈ, ਬਿਰਤੀ ਹੈ। ਜਦੋਂ ਸਾਡੀ ਬਿਰਤੀ ਟੁੱਟ ਜਾਏਗੀ ਉਦੋਂ ਸਾਡਾ ਪਿਆਰ ਵੀ ਟੁੱਟ ਗਿਆ। ਜਦੋਂ ਜੋਗਣ ਨੇ ਕਿਹਾ ਕਿ ਭਾਈ ਸਿੱਖਾ, ਇਹ ਜਿਸ ਕਮਰੇ ਵਿੱਚ ਮਹਾਤਮਾ ਰਹਿੰਦਾ ਹੈ, ਇਹ ਕਮਰਾ ਮੈਨੂੰ ਦੇ ਦੇ, ਜੇ ਨਹੀਂ ਦੇਣਾ ਤਾਂ ਫਿਰ ਮੈਂ ਚਲੇ ਜਾਣਾ। ਉਹਦੇ ਦਿਲ 'ਚ ਖਿਆਲ ਆਇਆ ਕਿ ਮਹਾਤਮਾ ਚਲਾ ਜਾਏ ਤਾਂ ਬੇਸ਼ੱਕ ਚਲਾ ਜਾਏ, ਇਹ ਜੋਗਣ ਨਹੀਂ ਜਾਣੀ ਚਾਹੀਦੀ। ਮਹਾਤਮਾ ਨੂੰ ਕਿਹਾ, ਮਹਾਤਮਾ ਜੀ ਇਹ ਕਮਰਾ ਛੱਡ ਦਿਓ ਅਤੇ ਨਾਲ ਦੇ ਕਮਰੇ 'ਚ ਹੋ ਜਾਓ। ਮਹਾਤਮਾ ਨੇ ਸੋਚਿਆ ਇਹ ਕੀ ਬਣਿਆ, ਮੈਂ ਤਾਂ ਇਹਦੇ ਨਾਲ ਵਾਅਦਾ ਕੀਤਾ ਹੈ, ਭਾਈ ਮੈਂ ਤੇਰੇ ਨਾਲ ਵਾਅਦਾ ਕੀਤਾ ਹੈ ਕਿ ਇਸੇ ਕਮਰੇ 'ਚ ਰਹਿਣਾ ਹੈ। ਕਹਿਣ ਲੱਗੇ ਜੀ ਕੋਈ ਗੱਲ ਨਹੀਂ, ਅਸੀਂ ਕਿਹੜੇ ਬੇਈਮਾਨ ਹੁੰਦੇ ਹਾਂ, ਤੁਸੀਂ ਨਾਲ ਦੇ ਕਮਰੇ 'ਚ ਹੋ ਜਾਓ। ਮਹਾਤਮਾ ਥੋੜ੍ਹਾ ਜਿਹਾ ਅੜਿਆ ਅਤੇ ਕਹਿਣ ਲੱਗੇ, ਮਹਾਤਮਾ ਜੀ ਕਮਰੇ ਤੋਂ ਅਸੀਂ ਬਣਾਇਆ, ਤੁਸੀਂ ਥੋੜ੍ਹੇ ਬਣਾਏ, ਤੁਸੀਂ ਇਤਨੀ ਜਿੱਦ ਕਿਉਂ ਕਰਦੇ ਹੋ। ਮਹਾਤਮਾ ਨੇ ਸੋਚਿਆ ਹੁਣ ਪਿਆਰ ਖਤਮ ਹੋ ਗਿਆ। ਆਪਣਾ ਬੋਰੀ ਬਿਸਤਰਾ ਵੱਧਾ ਮਹਾਤਮਾ ਨੇ ਤੇ ਤੁਰਦਾ ਹੋਇਆ, ਪਿੱਛੇ ਪਿੱਛੇ ਜੋਗਣ ਵੀ ਚਲਾ ਗਈ। ਨਾ ਸੋਨੇ ਦੇ ਭਾਂਡੇ ਰਹੇ, ਨਾ ਮਹਾਤਮਾ ਦਾ ਪਿਆਰ ਰਿਹਾ। ਜੋ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਫਰਮਾ ਰਹੇ, ਠੀਕ ਫਰਮਾ ਰਹੇ ਹੈ, ਜਿਸ ਚੀਜ਼ ਦੇ ਪਿੱਛੇ ਅਸੀਂ ਮਹਾਂਪੁਰਖਾਂ ਦੇ ਪਿਆਰ ਨੂੰ ਤੋੜਦੇ ਹਾਂ, ਉਸ ਮਾਲਕ ਦਾ ਪਿਆਰ ਨਹੀਂ ਕਰਦੇ, ਉਹ ਚੀਜ਼ਾਂ ਵੀ ਸਾਡੇ ਪਾਸ ਨਹੀਂ ਰਹਿੰਦੀਆਂ ਔਰ ਪਿਆਰ ਵੀ ਸਾਡੇ ਪਾਸ ਨਹੀਂ ਰਹਿੰਦਾ। ਫਿਰ ਅਸੀਂ ਦੁਖੀ ਹੁੰਦੇ ਹਾਂ। ਦੁੱਖ ਸਾਨੂੰ ਉਹ ਆ ਜਾਂਦੇ ਹੈ ਕਿ ਜਿਹੜੇ ਸਾਨੂੰ 84 'ਚ ਜਾ ਕੇ ਭੁਗਤਣਾ ਪੈਂਦੇ, ਔਰ 84 ਦੇ ਕੁੱਤੇ ਬਿੱਲੇ, ਕੀੜੇ ਮਕੌੜੇ, ਪਸ਼ੂ ਪਰਿੰਦੇ, ਭੂਤ ਪ੍ਰੇਤ ਸਾਨੂੰ ਬਣਨਾ ਪੈਂਦਾ।
ਜਿਨ੍ਹਾਂ ਦੁੱਖਾਂ ਦਾ ਕੋਈ ਇਲਾਜ ਨਹੀਂ। ਇੱਥੇ ਦੁਨੀਆ ਵਿੱਚ ਕਿਸੇ ਨੂੰ ਕੋਈ ਬਿਮਾਰੀ ਲੱਗੇਗੀ, ਕੋਈ ਦੁੱਖ ਹੋਏਗਾ, ਕੋਈ ਡਾਕਟਰ ਇਲਾਜ ਕਰੇਗਾ, ਲੇਕਿਨ ਉਹ ਦੁੱਖ ਜਿਹੜੇ ਆ ਉਹਨਾਂ ਦਾ ਇਲਾਜ ਕੋਈ ਨਹੀਂ। ਕੋਈ ਡਾਕਟਰ, ਕੋਈ ਹਕੀਮ ਉਸ ਨੂੰ ਦਵਾਈ ਨਹੀਂ ਦੇ ਸਕਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ ਕਿ ਜਗਤ ਨੂੰ ਦੁੱਖ ਕੀ ਹੈ। ਇਹ ਬੜਾ ਸਾਫ ਸੁਥਰਾ ਸੀ, ਬੜਾ ਅੱਛਾ ਸੀ। ਜਦੋਂ ਆਇਆ ਹੈ ਦੁਨੀਆ ਵਿੱਚ, ਸੰਗਤ ਦੇ ਮੁਤਾਬਕ ਜੈਸੀ ਜੈਸੀ ਸੰਗਤ ਮਿਲੀ, ਸੰਗਤ ਦੇ ਮਨਸਰ ਇਹਨੂੰ ਹੋਣਾ ਪਿਆ। ਮੈਲਿਆਂ ਦੇ ਨਾਲ ਸੰਗਤ ਕੀਤੀ, ਮੈਲਾ ਹੋ ਗਿਆ। ਇੱਕ ਮਹਾਤਮਾ ਜੰਗਲ ਵਿੱਚ ਬੈਠਣ ਲੱਗਾ ਕਿ ਦਰਖਤ ਥੱਲੇ, ਉੱਥੇ ਬਿਸ਼ਟਾ ਪਿਆ ਸੀ ਅਤੇ ਕਹਿੰਦਾ ਉਹ ਮੈਂ ਤਾਂ ਬਿਸ਼ਟੇ 'ਤੇ ਬਹਿਣ ਲੱਗਾ ਸਾਂ। ਕਿਤੋਂ ਵੀ ਸਬਕ ਮਿਲ ਸਕਦਾ ਹੈ। ਉੱਥੋਂ ਆਵਾਜ਼ ਆਈ, ਉਹ ਸ਼ਖਸਾ ਮੈਂ ਬਿਸ਼ਟਾ ਨਹੀਂ ਸੀ, ਮੈਂ ਬਹੁਤ ਅੱਛੀ ਚੀਜ਼ ਸੀ। ਮੈਨੂੰ ਲੋਕ ਤਲੀ 'ਤੇ ਦੇਖ ਕੇ ਮੇਰਾ ਨਿਰਖ ਕਰਦੇ, ਦੇਖਦੇ, ਪਸੰਦ ਕਰਦੇ ਸੀ। ਦੁਕਾਨਾਂ 'ਤੇ ਪਿਆ ਮੈਂ ਬਹੁਤ ਸੋਹਣਾ ਹੁੰਦਾ ਸੀ, ਮਗਰ ਜਦੋਂ ਤੇਰੇ ਜੇ ਨਾਲ ਮੇਰੀ ਸੰਗਤ ਹੋਈ ਮੈਂ ਬਿਸ਼ਟਾ ਬਣ ਗਿਆ। ਤੁਹਾਡੀ ਸੰਗਤ ਕਰਕੇ ਮੈਂ ਬਿਸ਼ਟਾ ਬਣ ਗਿਆ, ਮੈਂ ਮਾੜਾ ਬਣ ਗਿਆ, ਮੈਂ ਮਾੜਾ ਨਹੀਂ ਸੀ ਹੈਗਾ। ਇਸ ਵਾਸਤੇ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ ਕਿ ਜਦੋਂ ਸਾਡੇ 'ਚ ਮੈਲ ਹੋ ਜਾਂਦੀ ਹੈ, ਫਿਰ ਸਾਨੂੰ ਬਹੁਤ ਬੜੇ ਦੁੱਖ ਪੈਦਾ ਹੋ ਜਾਂਦੇ। ਸੁੱਖ ਦਾ ਰਸਤਾ ਸਾਡਾ ਛੁੱਟ ਜਾਂਦਾ ਹੈ। ਉਹ ਪਿਆਰ ਸਾਨੂੰ ਭੁੱਲ ਜਾਂਦਾ ਹੈ ਜਿਹਦੇ ਵਿੱਚੋਂ ਸਾਨੂੰ ਸੁੱਖ ਮਿਲਣਾ ਹੈ, ਔਰ ਦੁੱਖ ਦਾ ਰਸਤਾ ਅਖਤਿਆਰ ਹੋ ਜਾਂਦਾ ਹੈ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ, ਔਰ ਸਾਰੇ ਦੁਨੀਆ ਦੀ, ਸਾਰੇ ਜਗਤ ਦੀ ਹਾਲਤ ਇਹ ਹੋਈ। ਤਜਰਬਾ ਕਰ ਲਓ, ਦੇਖੋ ਇੱਕ ਦੂਸਰੇ ਨੂੰ ਕੀ ਹੋ ਰਿਹਾ ਹੈਗਾ, ਕਿਸ ਤਰ੍ਹਾਂ ਸਾਡਾ ਪਿਆਰ ਜਾ ਰਿਹਾ ਹੈ, ਕਿਉਂ ਜਾ ਰਿਹਾ ਹੈ, ਕਿਸ ਗੱਲ ਤੋਂ ਜਾ ਰਿਹਾ ਹੈ। ਇੱਕ ਤੁਛ ਚੀਜ਼ ਜਿਹੜੀ ਸਾਡੇ ਪਾਸ ਰਹਿਣੀ ਨਹੀਂ, ਜਿਹੜੀ ਇੱਕ ਦਰਖਤ ਦੀ ਛਾਂ ਦੱਸੀ ਹੈ ਸੰਤਾਂ ਨੇ। ਇਹ ਦੁਨੀਆ ਦੀਆਂ ਚੀਜ਼ਾਂ ਦਰਖਤਾਂ ਦੀਆਂ ਸ਼ਾਵਰ ਸ਼ੌਰੇ ਹੈ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ। ਇਹਨਾਂ ਪਾਸੇ ਇਹਨਾਂ ਦੇ ਨਾਲ ਅਸੀਂ ਪਿਆਰ ਪਾ ਕੇ ਉਹ ਸੱਚਾ ਪਿਆਰ ਅਸੀਂ ਭੁਲਾ ਦਿੰਦੇ ਹਾਂ, ਔਰ ਅਸੀਂ ਦੁਖੀ ਹੋ ਜਾਂਦੇ ਹਾਂ। ਹਾਂਜੀ। ਜਗ ਮੈਂ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਮਲ ਹਉਮੈ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਹਾਏ। ਗੁਰੂ ਸਾਹਿਬ ਜੀ ਆਪ ਪਹਿਲੀ ਅਵਸਥਾ ਦੇ ਵਿੱਚ ਤੀਰਥ ਯਾਤਰਾ ਵੀ ਕੀਤੀ, ਦਾਨ ਪੁੰਨ ਵੀ ਕਰਦੇ ਰਹੇ, ਹੋਰ ਵੀ ਕਈ ਕਰਮ ਕਰਦੇ ਰਹੇ, ਲੇਕਿਨ ਮੈਲ ਲੱਗਦੀ ਰਹੀ, ਲੱਥੀ ਨਹੀਂ। ਜਦ ਮੁਰਸ਼ਦ ਦੇ ਪਾਸ ਆਏ, ਉਹਨਾਂ ਨੇ ਨਾਮਦਾਨ ਬਖਸ਼ਿਆ, ਤਰੀਕਾ ਦੱਸਿਆ ਭਜਨ ਦਾ, ਭਜਨ ਕੀਤਾ ਜਦ, ਫਿਰ ਪਤਾ ਲੱਗਾ ਉਹ ਮੈਲ ਉਤਰੀ, ਅੰਦਰ ਸਫਾਈ ਹੋਈ। 12 ਸਾਲ ਦੇ ਬਾਅਦ, ਕਿਉਂਕਿ 12 ਸਾਲ ਉਹਨਾਂ ਮੁਰਸ਼ਦ ਦਾ ਪਾਣੀ ਢੋਇਆ, 12 ਸਾਲ ਦੇ ਬਾਅਦ ਜਦ ਅੰਦਰ ਸਫਾਈ ਹੋਈ, ਫੌਰਨ ਅੰਦਰ ਉਹ ਸ਼ਬਦ ਪ੍ਰਗਟ ਹੋ ਗਿਆ। ਜਿਸ ਸ਼ਬਦ ਦੇ ਜ਼ਰੀਏ ਸਾਨੂੰ ਸੁੱਖ ਮਿਲਣਾ ਹੈ, ਔਰ ਹਰ ਸਟੇਜ 'ਤੇ ਅਸੀਂ ਉਸ ਸ਼ਬਦ ਦੇ ਸਾਥ ਹੋ ਕੇ ਜਾਣਾ ਹੈ। ਉਸੇ ਸ਼ਬਦ ਨੇ ਸਾਨੂੰ ਆਪਣੇ ਦੇਸ਼ ਪਹੁੰਚਾਉਣਾ ਹੈ, ਸੱਚਖੰਡ ਦੇਸ਼। ਪਰ ਉਹ ਮਹਿਫਲਾਂ ਦਾ ਕੰਮ ਨਹੀਂ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ, ਬੈਠ ਅਕੇਲਾ ਧਿਆਨ ਧਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਭਾਈ ਇਕੱਲਾ ਬੈਠ ਕੇ ਧਿਆਨ ਧਰ, ਤੈਨੂੰ ਕੋਈ ਨਾ ਕੋਈ ਨਿਸ਼ਾਨੀ ਸ਼ਬਦ ਹੀ ਮਿਲੇਗੀ। ਸ਼ਬਦ ਸਾਡੇ ਅੰਦਰ ਹੈ, ਉਹ ਬਾਹਰੋਂ ਨਹੀਂ ਆਉਣਾ, ਸਾਡੇ ਅੰਦਰ 24 ਘੰਟੇ ਚੱਲ ਰਿਹਾ ਹੈ। ਉਹ ਸ਼ਬਦ ਦੇ ਜ਼ਰੀਏ ਅਸੀਂ ਜਿਉਂਦੇ ਹਾਂ, ਤੁਰਦੇ ਫਿਰਦੇ ਹਾਂ,
ਜਦੋਂ ਸ਼ਬਦ ਨਿਕਲ ਜਾਂਦਾ ਹੈ ਅਸੀਂ ਮਿੱਟੀ ਬਣ ਜਾਂਦੇ ਹਾਂ, ਮੁਰਦਾ ਬਣ ਜਾਂਦੇ ਹਾਂ। ਉਹ ਕਿਸੇ ਦੁਕਾਨਾਂ ਤੋਂ ਨਹੀਂ ਮਿਲਦਾ, ਕਿਸੇ ਜੰਗਲਾਂ ਪਹਾੜਾਂ 'ਚੋਂ ਨਹੀਂ ਮਿਲਦਾ। ਸਾਨੂੰ ਅੰਦਰ ਧਿਆਨ ਧਰਨਾ ਪਏਗਾ, ਅੰਦਰ ਹੀ ਕੋਸ਼ਿਸ਼ ਕਰਨਾ ਪਏਗੀ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੋ ਮਹਿਫਲਾਂ ਦਾ ਕੰਮ ਨਹੀਂ, ਪਾਰਟੀਆਂ ਦਾ ਕੰਮ ਨਹੀਂ, ਉੱਥੇ ਅਕਲ ਚਤੁਰਾਈ ਦਾ ਕੰਮ ਨਹੀਂ। ਬੈਠ ਅਕੇਲਾ ਧਿਆਨ ਧਰ ਤੋ ਮਿਲੇ ਨਿਸ਼ਾਨੀ ਸ਼ਬਦ। ਰੋ ਰੋਜ਼ ਬੈਠ ਅੰਦਰ ਧਿਆਨ ਧਰ, ਤੈਨੂੰ ਕੋਈ ਨਾ ਕੋਈ ਜ਼ਰੂਰ ਨਿਸ਼ਾਨੀ ਮਿਲੇਗੀ। ਉਸੇ ਸ਼ਬਦ ਦੇ ਜ਼ਰੀਏ ਹੀ ਅਸੀਂ ਹਰ ਮੰਜ਼ਿਲ 'ਤੇ ਜਾਣਾ ਹੈ ਔਰ ਉਸੇ ਸ਼ਬਦ ਦੇ ਜ਼ਰੀਏ ਅਸੀਂ ਆਪਣੇ ਸੱਚਖੰਡ ਦੇਸ਼ ਪਹੁੰਚਣਾ ਹੈ। ਉਹ ਤਾਰਾ ਉੱਪਰ ਉੱਥੇ ਆ ਰਹੀ ਹੈ। ਰਾਮ ਨਾਮ ਉਦਕ 'ਚੋਂ ਆਇਆ, ਉਹ ਉੱਪਰੋਂ ਆ ਰਿਹਾ ਹੈ। ਔਰ ਜਦ ਸਾਡਾ ਕਨੈਕਸ਼ਨ ਉਹਦੇ ਨਾਲ ਜੁੜ ਜਾਏਗਾ, ਇੱਕ ਦਿਨ ਉਹ ਸਾਨੂੰ ਉੱਪਰ ਲੈ ਜਾਏਗਾ, ਆਪਣੇ ਦੇਸ਼ ਲੈ ਜਾਏਗਾ। ਹਾਂਜੀ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਹਾਏ। ਬਹੁ ਬਿਦ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਅਸੀਂ ਬਹੁਤ ਵਿਧੀਆਂ ਨਾਲ ਕਰਮ ਕਰਦੇ ਹਾਂ, ਪਰ ਬਜਾਏ ਮੈਲ ਲੱਥਣ ਦੇ ਸਾਨੂੰ ਮੈਲ ਲੱਗਣਾ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਅਸੀਂ ਉਹ ਕੰਮ ਕਰਕੇ ਹੰਕਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ, ਮਾਣ ਕਰਦੇ ਹਾਂ ਕਿ ਅਸੀਂ ਦਾਨ ਪੁੰਨ ਕੀਤਾ ਹੈ, ਅਸੀਂ ਇਹ ਕੀਤਾ, ਉਹ ਕੀਤਾ ਹੈ, ਤੀਰਥ ਕੀਤੇ ਹੈ। ਜਿਉਂ ਜਿਉਂ ਸਾਡੇ ਅੰਦਰ ਉਹ ਮਾਣ ਆਉਂਦਾ ਹੈ, ਮੈਲ ਲੱਗਦੀ ਜਾਂਦੀ ਹੈ, ਮੈਲ ਲੱਥਦੀ ਨਹੀਂ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਦੁਗਣੀ ਮੈਲ ਲੱਗਦੀ ਜਾਂਦੀ ਹੈ, ਲੱਥਦੀ ਨਹੀਂ। ਅਸੀਂ ਲਾਹਣ ਦਾ ਯਤਨ ਕਰਦੇ ਹਾਂ, ਲੇਕਿਨ ਉਹ ਮੈਲ ਲੱਗਦੀ ਜਾਂਦੀ ਹੈ। ਜਿਨ੍ਹਾਂ ਦੇ ਬਾਣੀ ਅਸੀਂ ਜਿਨ੍ਹਾਂ ਦੀ ਪੜ੍ਹ ਰਹੇ ਹਾਂ, ਉਹਨਾਂ ਤਜਰਬੇ ਹੈ। ਉਹਨਾਂ ਪਹਿਲੀ ਅਵਸਥਾ ਦੇ ਵਿੱਚ ਸਾਰੀ ਉਮਰ ਇਸੇ ਕੰਮ 'ਚ ਲਗਾਈ, ਲੇਕਿਨ ਬਣਿਆ ਕੁਛ ਨਹੀਂ। ਜਦ ਮੁਰਸ਼ਿਦ ਦੇ ਪਾਸ ਗਏ, ਮੁਰਸ਼ਿਦ ਨੇ ਨਾਮ ਦਾਨ ਬਖਸ਼ਿਆ, ਤਰੀਕਾ ਦੱਸਿਆ ਭਜਨ ਦਾ, ਸਾਧ ਸੰਗਤ ਦੀ ਸੇਵਾ ਦੱਸੀ। ਜਦ ਨਿਜਤ ਨਾਲ ਪਿਆਰ ਦੇ ਨਾਲ ਸੇਵਾ ਕੀਤੀ ਔਰ ਬੰਦਗੀ ਕੀਤੀ, ਫਿਰ ਉਹਨਾਂ ਨੂੰ ਤਜਰਬਾ ਹੋਇਆ, ਫਿਰ ਉਹਨਾਂ ਦੇ ਅੰਦਰ ਉਹ ਸੁੱਖ ਦਾ ਰਸਤਾ ਮਿਲਿਆ, ਅੰਦਰ ਸ਼ਬਦ ਪ੍ਰਗਟ ਹੋ ਗਿਆ। ਹਾਂਜੀ। ਬਹੁ ਬਿਦ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਪੜੀਐ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਬਹੁਤ ਸਾਰੇ ਲੋਕ ਪੜ੍ਹਨ ਪੜ੍ਹਾਉਣ 'ਤੇ ਹੀ ਆਪਣੇ ਆਪ ਨੂੰ ਸਮਝਦੇ ਹੈ ਕਿ ਅਸੀਂ ਭਗਤੀ ਕਰ ਰਹੇ ਹਾਂ, ਸਾਡੀ ਮੈਲ ਦੂਰ ਹੋ ਰਹੀ ਹੈ। ਲੇਕਿਨ ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਜੇ ਪੜ੍ਹਨ ਪੜ੍ਹਾਉਣ ਦੇ ਨਾਲ ਹੀ ਮੈਲ ਦੂਰ ਹੁੰਦੀ ਹੈ ਤੇ ਜਾਓ ਗਿਆਨੀਆਂ ਨੂੰ ਪੁੱਛੋ, ਵੇਦ ਪਾਠ ਕਰਨ ਵਾਲਿਆਂ ਨੂੰ ਪੁੱਛੋ, ਕਿਆ ਤੁਹਾਡੀ ਮੈਲ ਦੂਰ ਹੋਈ ਹੈ? ਤੁਹਾਡੇ ਕਿਸੇ ਕਾਮ ਕ੍ਰੋਧ ਮੋਹ ਲੋਭ 'ਚ ਫਰਕ ਪਿਆ? ਹੋਮੇ ਮਮਤਾ 'ਚ ਕੋਈ ਫਰਕ ਪਿਆ? ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਇਹ ਪੜ੍ਹਨਾ ਪੜ੍ਹਾਉਣਾ ਜਗਤ ਕੀ ਕਾਰ ਹੈ, ਸੰਤਾਂ ਦੀ ਕਾਰ ਨਹੀਂ ਹੈ। ਸੰਤ ਥੋੜ੍ਹਾ ਪੜ੍ਹਦੇ, ਬਹੁਤਾ ਗੁਣਦੇ ਹੈ, ਉਹਦਾ ਤਜਰਬਾ ਕਰਦੇ ਹੈ, ਮਿਹਨਤ ਕਰਦੇ ਹੈ। ਅਸੀਂ ਸਿਰਫ ਪੜ੍ਹਨ 'ਤੇ ਲੱਗੇ ਰਹਿੰਦੇ ਹਾਂ। ਜੋ ਪੜ੍ਹਨ ਦੇ ਵਿੱਚ ਲਿਖਿਆ ਹੈ ਉਹ ਅਸੀਂ ਕਰਦੇ ਨਹੀਂ, ਉੱਧਰ ਸਾਡਾ ਧਿਆਨ ਨਹੀਂ ਹੁੰਦਾ। ਸੰਤ ਉਹ ਕੰਮ ਕਰਦੇ ਹੈ,
ਅਸੀਂ 24 ਘੰਟੇ ਉਸ ਨੂੰ ਪੜ੍ਹੀ ਜਾਂਦੇ ਹਾਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਜ਼ਮੀਨ ਨੂੰ ਵਾਹੀ ਜਾਓ, ਤੁਸੀਂ ਰੋਜ਼ ਵਾਹੀ ਜਾਓ ਤੇ ਕਣਕ ਚੌਲ ਹੋ ਜਾਣਗੇ, ਜਦ ਤੱਕ ਤੁਸੀਂ ਉਹਦੇ ਵਿੱਚ ਬੀਜ ਨਾ ਪਾਓਗੇ। ਜਦੋਂ ਤੁਸੀਂ ਬੀਜ ਪਾਓਗੇ ਫਿਰ ਪਰਮਾਤਮਾ ਤੁਹਾਡੀ ਮਦਦ ਕਰੇਗਾ। ਇਸ ਵਾਸਤੇ ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਜਗਜੀਤ ਪੰਡਤ ਸੀ ਜਿਸ ਨੇ ਆਪਣੇ ਮਸਲਿਆਂ ਦੇ ਨਾਲ ਸਾਰੇ ਜਗਤ ਨੂੰ ਜਿੱਤਿਆ। ਕਬੀਰ ਸਾਹਿਬ ਦੇ ਪਾਸ ਆ ਗਿਆ ਕਿ ਕਬੀਰ ਇੱਥੇ ਲਿਖਦੇ ਜਗਜੀਤ ਜਿੱਤਿਆ ਔਰ ਕਬੀਰ ਹਾਰਿਆ। ਕਬੀਰ ਸਾਹਿਬ ਨੇ ਕਿਹਾ, ਜੀ ਅਸੀਂ ਤਾਂ ਅੱਗੇ ਹਾਰੇ ਹੈਗੇ ਹਾਂ, ਲਿਖਾ ਲਓ ਤੁਸੀਂ। ਲਿਖ ਦਿੱਤਾ। ਜਦ ਆਪਣੀ ਸਫਾ ਵਿੱਚ ਗਿਆ ਦੱਸਿਆ ਤਾਂ ਕਬੀਰ ਜਿੱਤਿਆ ਅਤੇ ਜਗਜੀਤ ਹਾਰਿਆ। ਲਫ਼ਜ਼ ਹੀ ਬਦਲ ਜਾਣ। ਫਿਰ ਗੁੱਸੇ 'ਚ ਆ ਕੇ ਫਿਰ ਕਹੇ, ਕਬੀਰ ਕੀ ਲਿਖਿਆ ਜੋ ਤੁਸੀਂ ਦੱਸਿਆ ਜੀ ਮੈਂ ਲਿਖ ਦਿੱਤਾ। ਮੁੜ ਕੇ ਲਿਖਦੇ, ਜਦੋਂ ਲਿਖ ਦਿੱਤਾ ਉਹ ਫਿਰ ਜਾ ਕੇ ਦੱਸੇ ਤਾਂ ਲਫ਼ਜ਼ ਹੀ ਬਦਲ ਜਾਣ। ਸੰਤਾਂ ਦੀ ਤਾਲੀਮ ਹੋਰ ਹੁੰਦੀ ਹੈ, ਇਹ ਬਾਹਰਲੀ ਤਾਲੀਮ ਨਹੀਂ ਹੈ। ਆਖਰ ਉਹਨਾਂ ਨੂੰ ਕਬੀਰ ਸਾਹਿਬ ਦੀ ਸ਼ਰਨ ਵਿੱਚ ਆਉਣਾ ਪਿਆ। ਇੱਕ ਸਾਧੂ ਜੋਗੀ ਆਪਣੀਆਂ ਕਿਤਾਬਾਂ ਲੈ ਕੇ ਬਹਿਸ ਕਰਨ ਵਾਸਤੇ ਆ ਗਿਆ ਤਾਂ ਰਸੂਲ ਤਾੜੀ ਉਹਦੇ ਉੱਤੇ ਬੈਠ ਗਿਆ ਕਿ ਇੱਥੇ ਆ ਕੇ ਮੇਰੇ ਨਾਲ ਗੱਲਬਾਤ ਕਰ। ਅਤੇ ਕਬੀਰ ਸਾਹਿਬ ਜੀ ਸ਼ਬਦ ਰੂਪ ਹੋ ਕੇ ਉੱਪਰ ਚਲਾ ਗਏ। ਕੋਈ ਵੀ ਜ਼ਮੀਨ ਦਾ ਆਸਰਾ ਨਹੀਂ ਲਿਆ ਅਤੇ ਕਹਿਣ ਲੱਗੇ ਸਾਧੂ ਨੂੰ ਕਿ ਇੱਥੇ ਆ ਜਾ, ਇਹ ਜ਼ਮੀਨ ਦਾ ਆਸਰਾ ਛੱਡ ਦੇ ਅਤੇ ਇੱਥੇ ਆ ਕੇ ਗੱਲ ਕਰ ਮੇਰੇ ਨਾਲ ਜਿਹੜੀ ਕਰਨੀ। ਪਰ ਉੱਥੇ ਉਹ ਜਾ ਨਹੀਂ ਸਕਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਇਹ ਤਾਂ ਸਾਨੂੰ ਭਾਈ ਪੜ੍ਹਨਾ ਪੜ੍ਹਾਉਣਾ ਜਿਹੜਾ ਹੈ, ਸੰਤਾਂ ਮਹਾਂਪੁਰਖਾਂ ਦੀ ਬਾਣੀ ਤੋਂ ਅਸੀਂ ਫਾਇਦਾ ਲੈਣਾ ਹੈ, ਪੜ੍ਹ ਕੇ ਉਹ ਕੰਮ ਕਰਨਾ ਹੈ। ਤੁਲਸੀ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਸੰਤ ਨ ਹੁੰਦੇ ਜਗਤ ਮੇਂ ਜਲ ਮਰਤਾ ਸੰਸਾਰ। ਸੈਂਤ ਦੁਨੀਆ 'ਤੇ ਆਏ, ਰਿਸ਼ੀ ਮੁਨੀ ਆਏ, ਹੌਲੀਏ ਪਕੰਬਰ ਆਏ। ਉਹਨਾਂ ਆ ਕੇ ਸਾਨੂੰ ਉਸ ਮਾਲਕ ਦਾ ਰਾਹ ਰਸਤਾ ਦੱਸਿਆ, ਉਹਨਾਂ ਬਾਣੀਆਂ 'ਚ ਲਿਖਿਆ। ਹੁਣ ਸਾਡਾ ਫਰਜ਼ ਹੈ ਕਿ ਜੇ ਅਸੀਂ ਉਹ ਸੁਖ ਦੇ ਦੇਸ਼ ਜਾਣਾ ਹੈ ਤਾਂ ਜੋ ਲਿਖਿਆ ਉਹਦੇ ਮੁਤਾਬਕ ਅਸੀਂ ਕੰਮ ਕਰੀਏ, ਕਿ ਰੋਜ਼ ਹੀ ਅਸੀਂ ਉਸ ਨੂੰ ਪੜ੍ਹੀ ਜਾਈਏ ਅਤੇ ਉਹਦੇ ਮੁਤਾਬਕ ਕੰਮ ਨਾ ਕਰਾਂਗੇ ਤਾਂ ਕਿਆ ਅਸੀਂ ਆਪਣੇ ਦੇਸ਼ ਪਹੁੰਚ ਜਾਵਾਂਗੇ? ਕਿਆ ਉਹਦਾ ਫਾਇਦਾ ਸਾਨੂੰ ਮਿਲ ਜਾਏਗਾ? ਇੱਕ ਲੀਡਰ ਨੇ ਵੀ ਇੱਕ ਵਾਰ ਇੱਕ ਬੜੀ ਸੋਹਣੀ ਗੱਲ ਉਹਦੀ ਆਈ। ਜੰਮੂ ਦੇ ਵਿੱਚ ਇੱਕ ਲੀਡਰ ਸੀ, ਅਬਦਲ ਗਨੀ ਮੁਸਲਮਾਨ। ਬਖਸ਼ੀ ਦੇ ਬਾਰੇ ਖਿਲਾਫ ਉਹ ਗੱਲ ਕਰਦਾ ਸੀ। ਬਖਸ਼ੀ ਕਹਿੰਦੇ ਹਲਾਕ ਕਰ ਦਿੱਤਾ ਹੈ, ਜੰਮੂ ਕਸ਼ਮੀਰ ਦਾ ਹਲਾਕ ਕਰ ਦਿੱਤਾ ਹਿੰਦੁਸਤਾਨ ਦੇ ਨਾਲ। ਉਹ ਕਹਿੰਦਾ ਇੱਕ ਦਿਨ ਜਲਸੇ ਵਿੱਚ ਕਹਿੰਦਾ ਕਿ ਰੋਜ਼ ਜੋ ਕਹਿੰਦਾ ਹੈ ਹਲਾਕ ਕਰ ਦਿੱਤਾ, ਇਹਦਾ ਕੀ ਮਤਲਬ ਹੈਗਾ? ਜੇ ਹਲਾਕ ਕਰ ਦਿੱਤਾ ਤਾਂ ਇੱਕ ਵਾਰੀ ਵੀ ਕਹਿਣ 'ਚ ਬੜਾ ਫਰਕ, ਕੋਈ ਗੱਲ ਨਹੀਂ ਹੈਗੀ, ਇੱਕੋ ਵਾਰ ਕਹਿ ਦੇ। ਜੇ ਰੋਜ਼ ਬੰਦਾ ਕਹੇ ਜਾਂ ਮੇਰੀ ਬੀਬੀ ਤੇ ਬੀਬੀ ਤਾਂ ਹੈ ਹੀ ਹੈ, ਰੋਜ਼ ਕਹਿਣ ਨਾਲ ਕੀ ਬੀਬੀ ਕਰਦਾ ਹੈ? ਉਹਨੂੰ ਬੜਾ ਸੋਹਣਾ ਉਹਨੂੰ ਜਵਾਬ ਦਿੱਤਾ, ਇਹਦਾ ਮਤਲਬ ਹੈ ਤੂੰ ਹਲਾਕ ਕੀਤਾ ਨਹੀਂ, ਹਿੰਦੁਸਤਾਨ ਦੇ ਨਾਲ ਤੂੰ ਹਲਾਕ ਨਹੀਂ ਕੀਤਾ, ਸਿਰਫ ਤੂੰ ਗੱਲਾਂ ਕਰ ਰਿਹਾ। ਇਸ ਵਾਸਤੇ ਜੋ ਵੀ ਬਾਣੀ ਦੇ ਵਿੱਚ ਸੰਤਾਂ ਮਹਾਂਪੁਰਖਾਂ ਨੇ ਲਿਖਿਆ ਹੈ, ਸਾਡਾ ਫਰਜ਼ ਹੈ ਕਿ ਅਸੀਂ ਕੁਛ ਨਾ ਕੁਛ ਉਹਦੇ ਵਿੱਚੋਂ ਉਹਦੇ ਮੁਤਾਬਕ ਕੰਮ ਕਰੀਏ ਤਾਂ ਸਾਨੂੰ ਉਹ ਸੁੱਖ ਦਾ ਰਸਤਾ ਮਿਲਦਾ ਹੈ। ਹਾਂਜੀ। ਪੜੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਮਨ ਮੇਰੇ
ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਗੁੰਝਲੇ ਪਾਣੀ ਦੇ ਵਿੱਚ ਕੱਪੜੇ ਧੋਣ ਨਾਲ ਕੱਪੜੇ ਸਾਫ਼ ਨਹੀਂ ਹੋ ਸਕਦੇ। ਪਵਿੱਤਰ ਪਾਣੀ ਦੇ ਵਿੱਚ ਅਸੀਂ ਕੱਪੜੇ ਸਾਫ਼ ਕਰਾਂਗੇ ਤਾਂ ਸਾਫ਼ ਹੋਣਗੇ। ਸਤਿਗੁਰ ਦੀ ਸ਼ਰਨ ਜਿਹੜੀ ਉਹ ਪਵਿੱਤਰ ਹੈ, ਸਾਫ਼ ਹੈ, ਕਿਉਂਕਿ ਉਹਨਾਂ ਨੇ ਬੰਦਗੀ ਕਰਕੇ ਆਪਣੀ ਮੈਲ ਸਾਫ਼ ਕਰ ਲਈ। ਬੰਦਗੀ ਕਰਕੇ ਆਪਣੇ ਸਤਿਗੁਰ ਦੇ ਨਾਲ ਪਿਆਰ ਪਾ ਕੇ ਉਹਨਾਂ ਸਫਾਈ ਕਰ ਲਈ। ਸਾਡਾ ਵੀ ਫਰਜ਼ ਹੈ, ਅਗਰ ਅਸੀਂ ਆਪਣੀ ਸਫਾਈ ਕਰਨੀ ਹੈ ਤਾਂ ਅਸੀਂ ਉਹਨਾਂ ਦੇ ਚਰਨਾਂ ਦਾ ਆਸਰਾ ਲਈਏ ਔਰ ਜੋ ਸਾਨੂੰ ਉਹ ਕੰਮ ਦੱਸਣ ਸੋ ਅਸੀਂ ਕੰਮ ਕਰੀਏ। ਫਿਰ ਉਹ ਸਾਡੀ ਵੀ ਸਫਾਈ ਹੋ ਸਕਦੀ ਹੈ, ਸਾਡੀ ਵੀ ਮੈਲ ਜਾ ਸਕਦੀ ਹੈ। ਹੋਰ ਕੋਈ ਇਲਾਜ ਨਹੀਂ ਹੈਗਾ। ਇਹ ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਸਾਹਿਬ ਦੀ ਬਾਣੀ ਜੋ ਫਰਮਾ ਰਹੇ ਠੀਕ ਫਰਮਾ ਰਹੇ ਹੈ। ਹੋਰ ਕੋਈ ਤਰੀਕਾ ਨਹੀਂ। ਉਹਨਾਂ ਆਪਣੇ ਸਤਿਗੁਰ ਦੀ ਸ਼ਰਨ ਲਈ ਔਰ ਜੋ ਉਹਨਾਂ ਨੇ ਕੰਮ ਦੱਸਿਆ ਸੋ ਕੰਮ ਕੀਤਾ। ਫਿਰ ਉਹਨਾਂ ਦੀ ਮੈਲ ਦੂਰ ਹੋਈ। ਜਦ ਤੱਕ ਆਪਣੀ ਮੈਲ ਨਹੀਂ ਦੂਰ ਹੋਈ ਉਹ ਦੂਸਰੇ ਨੂੰ ਕੀ ਦੱਸ ਸਕਦਾ ਹੈ। ਉਹਨਾਂ ਦੀ ਆਪਣੀ ਮੈਲ ਦੂਰ ਹੋਈ, ਫਿਰ ਉਹਨਾਂ ਦੁਨੀਆ 'ਚ ਪ੍ਰਚਾਰ ਕੀਤਾ ਔਰ ਦੱਸਿਆ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਸਾਡੀ ਮੈਲ ਦੂਰ ਹੋ ਸਕਦੀ ਹੈ। ਹਾਂਜੀ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਮਨ ਮੁਖ ਹਰ ਹਰ ਕਰ ਥਕੇ। ਮੈਲ ਨਾ ਸਕੀ ਧੋਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਮਨਮੁਖ ਜੀਵ ਜਿਹੜਾ ਹੈ ਉਹ ਹਰ ਹਰ ਕਰ ਕਰਕੇ ਥੱਕ ਗਿਆ, ਲੇਕਿਨ ਮੈਲ ਨਹੀਂ ਗਈ। ਮੈਲ ਜਾਣ ਦੇ ਤਰੀਕੇ ਹੋਰ ਨੇ ਜੋ ਸੰਤ ਦੱਸ ਰਹੇ। ਅਸੀਂ ਜੋ ਹਰ ਹਰ ਕਰਦੇ ਹਾਂ ਹੋਰ ਬਥੇਰੀ ਮੈਲ ਲੱਗ ਜਾਂਦੀ ਹੈ। ਹੰਕਾਰੀ ਹੋ ਜਾਂਦੇ ਆ, ਮਾਨੀ ਹੋ ਜਾਂਦੇ ਆ। ਜਦੋਂ ਸਾਡੇ 'ਚ ਮਾਨ ਆ ਜਾਂਦਾ ਹੈ ਤਾਂ ਮੈਲ ਲੱਗਣਾ ਸ਼ੁਰੂ ਹੋ ਜਾਂਦੀ ਹੈ ਔਰ ਸਾਡੇ ਕੀਤੇ ਕਰਾਏ ਕਰਮ ਜਿਹੜੇ ਸਭ ਬਰਬਾਦ ਹੋ ਜਾਂਦੇ ਹੈ। ਕਬੀਰ ਸਾਹਿਬ ਜੀ ਫਰਮਾਉਂਦੇ ਆ, ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਜਦੋਂ ਸਾਡੇ 'ਚ ਹੰਕਾਰ ਆ ਜਾਏਗਾ, ਸਾਡੇ ਕੀਤੇ ਕਰਾਏ ਕਰਮ ਜਿਹੜੇ ਹੈ, ਚਾਹੇ ਅਸੀਂ ਤੀਰਥ ਯਾਤਰਾ ਕੀਤੀ ਹੈ, ਜਗ ਮੋਸ਼ੇ ਕੀਤੇ ਹੈ, ਕੋਈ ਤਪੱਸਿਆ ਕੀਤੀ ਹੈ, ਕੁਛ ਵੀ ਕੀਤਾ ਹੈ, ਜਦ ਸਾਡੇ 'ਚ ਹੰਕਾਰ ਆਉਂਦਾ ਹੈ ਉਹ ਸਭ ਕੁਝ ਤਬਾਹ ਹੋ ਜਾਂਦਾ ਹੈ। ਇਸੇ ਵਾਸਤੇ ਸੰਤ ਕਰ ਕਰਾ ਕੇ ਵੀ ਹੰਕਾਰ ਨਹੀਂ ਕਰਦੇ। ਉਹ ਤੁਰ ਤਾਮ ਪਹੁੰਚ ਕੇ ਵੀ ਦਾਸਾਂ ਦੇ ਦਾਸ ਹੀ ਬਣਦੇ। ਮਹਾਰਾਜ ਚੌਥੀ ਪਾਤਸ਼ਾਹੀ ਨੇ ਗੁਰੂ ਸਾਹਿਬ ਨੇ ਫਰਮਾਇਆ ਬਾਣੀ ਦੇ ਵਿੱਚ, ਰਾਮਾ ਹਮ ਦਾਸਨ ਦਾਸ ਕਰੀਜੈ। ਰਾਮ ਕਿਸ ਨੂੰ ਕਿਹਾ? ਆਪਣੇ ਸਤਿਗੁਰ ਨੂੰ ਕਿਹਾ ਕਿ ਮੈਨੂੰ ਤੂੰ ਦਾਸਾਂ ਦਾ ਦਾਸ ਬਣਾ ਦੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਆਪਣੇ ਪਿਆਰਿਆਂ ਦੇ ਨਾਲ ਮੇਰਾ ਪਿਆਰ ਲਗਾ ਦੇ। ਗੁਰੂ ਨਾਨਕ ਦੇਵ ਜੀ ਇੱਕ ਆਖਰੀ ਸ਼ਬਦ ਦੀ ਤੁਕ ਵਿੱਚ ਫਰਮਾਇਆ ਹੈ, ਨਾਨਕ ਗਰੀਬ ਟਹਿ ਪਿਆ ਦਵਾਰੇ, ਹਰ ਮੇਲ ਲਿਓ ਵਡਿਆਈ। ਮੈਂ ਗਰੀਬ ਹਾਂ, ਐ ਮਾਲਕ ਤੇਰੇ ਦਵਾਰੇ ਮੈਂ ਡਿੱਗਾ ਹਾਂ, ਤੂੰ ਮੈਨੂੰ ਆਪਣਾ ਮੇਲ ਕਰਾ ਦੇ, ਉਸ ਪਰਮਾਤਮਾ ਨੂੰ ਮੇਲ ਦੇ। ਇਹ ਤੇਰੀ ਵਡਿਆਈ ਹੈ। ਸਾਰੇ ਸੰਤ ਮਹਾਂਪੁਰਖ ਜਿਤਨੇ ਵੀ ਦੁਨੀਆ 'ਚ ਆਏ ਹੈ, ਉਹਨਾਂ ਨੇ ਵਡਿਆਈ ਨਹੀਂ ਕੀਤੀ, ਉਹਨਾਂ ਹੰਕਾਰ ਨਹੀਂ ਕੀਤਾ। ਉਹ ਮਾੜੇ ਤੋਂ ਮਾੜੇ, ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ, ਦੀਨ ਗਰੀਬੀ ਧਾਰ ਤੇਰੇ ਭਲੇ ਕੋ ਕਹੋ। ਐ ਪੁਰਸ਼ ਦੀਨਤਾ ਔਰ ਗਰੀਬੀ ਮੈਂ ਤੇਰੇ ਭਲੇ ਵਾਸਤੇ ਕਹਿ ਰਿਹਾ। ਮਾਨ ਵਡਿਆਈ ਛੋੜ ਤੇਰੇ ਭਲੇ ਕੋ ਕਹੋ। सब को सुख पहुँचा तेरे भले को कहो, सबको मिठा बोल तेरे भले को कहो। स्वामी जी महाराज फरमाउंदे है कि सुख जिहड़ा ये साड़ी जबान दे विच ही है सब कुछ,
ਇਹੀ ਜਵਾਨ ਘੋੜੇ 'ਤੇ ਚੜ੍ਹਦੀ, ਇਹੀ ਗਧੇ 'ਤੇ ਚੜ੍ਹਦੀ ਹੈ। ਇਸੇ ਜ਼ਬਾਨ ਦੇ ਨਾਲ ਤੁਸੀਂ ਕੋਈ ਮਾੜਾ ਲਫ਼ਜ਼ ਕਿਸੇ ਨੂੰ ਕਹਿ ਦਿਓ ਤਾਂ ਸਾਰਾ ਸਰੀਰ ਆਪਣਾ ਵੀ ਖਤਰੇ 'ਚ ਆ ਜਾਂਦਾ, ਇੱਥੋਂ ਤੱਕ ਕਿ ਰਿਸ਼ਤੇਦਾਰਾਂ ਤੱਕ ਵੀ ਖਤਰਾ ਬਣ ਜਾਂਦਾ ਹੈ। ਕੈਰੋਂ ਪਾਂਡਵਾਂ ਦਾ ਜੰਗ ਕਿਹੜੀ ਗੱਲ ਤੋਂ ਲੱਗਾ ਸੀ? ਜਦੋਂ ਉਹਨੇ ਕਿਹਾ ਇਹ ਅੰਨੇ ਦੇ ਅੰਨੇ ਹੀ ਹੈ, ਉਹੀ ਗੱਲ ਚਲਦੀ ਚਲਦੀ ਦੂਰ ਤੱਕ ਪਹੁੰਚ ਗਈ, ਜੰਗ ਹੋ ਗਏ। ਕੀ ਰਿਹਾ ਫਿਰ ਉਹਨਾਂ ਦਾ? ਗੁਰੂ ਪੀਰ ਵਿੱਚੇ ਮਾਰੇ ਗਏ, ਕੁਲਾਂ ਖਤਮ ਹੋ ਗਈਆਂ। ਬੋਲੀ ਕਾਜ ਵਿਗਾੜਿਆ, ਮੂਲੀ ਨਹੀਂ ਪੱਤਾ, ਦੋਵੇਂ ਭਾਈ ਮਰ ਗਏ ਜੈਂਬਲ ਤੇ ਫੱਤਾ। ਉਹਨਾਂ ਦੀ ਮਾਤਾ ਨੇ ਕਿਹਾ ਕਿ ਤੁਸੀਂ ਨਾ ਨਿਮਰਤਾ 'ਚ ਰਹੋ, ਨਾ ਪਾਤਸ਼ਾਹ ਦੇ ਨਾਲ ਲੜੋ, ਪਰ ਉਹ ਨਹੀਂ ਮੁੜੇ। ਆਖਰ ਉਸ ਨੇ ਕਿਹਾ ਵੀ ਦੋਵੇਂ ਭਾਈ ਮਰ ਗਏ। ਬੋਲੀ ਨੇ ਕਾਜ ਵਿਗਾੜਿਆ। ਇਹੀ ਸਾਡੀ ਜ਼ਬਾਨ ਜਿਹੜੀ ਹੈ ਸਾਨੂੰ ਸੁੱਖ ਦੇ ਸਕਦੀ ਹੈ, ਇਹੀ ਸਾਨੂੰ ਦੁੱਖ ਵੀ ਦੇ ਸਕਦੀ ਹੈ। ਤੋ ਸੰਤ ਬਾਣੀ 'ਚ ਸਾਨੂੰ ਸਮਝਾਉਂਦੇ ਆ ਕਿ ਭਾਈ ਤੇਰੇ ਅੰਦਰ ਤਰਾਜੂ ਲੱਗਾ ਹੈ, ਤੂੰ ਜੋ ਵੀ ਕੁਛ ਕਰਨਾ ਉਹਨੂੰ ਤੋਲ ਕੇ ਬਾਹਰ ਕੱਢ। ਇਸ ਵਾਸਤੇ ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਨੇ ਜੋ ਸ਼ਬਦ ਦੀ ਕਮਾਈ ਕਰਦੇ ਹੈ, ਉਹ ਕੁਛ ਮੂੰਹੋਂ ਬੋਲਦੇ ਨੇ, ਕੁਛ ਵੀ ਨਹੀਂ ਕਹਿੰਦੇ, ਉਹ ਖਾਮੋਸ਼ ਹੋ ਰਹਿੰਦੇ ਹੈ। ਇਸੇ ਵਾਸਤੇ ਕਿ ਕੋਈ ਐਸਾ ਲਫ਼ਜ਼ ਨਿਕਲ ਨਾ ਜਾਏ ਜਿਹੜਾ ਸਾਨੂੰ ਉਹਦਾ ਭੁਗਤਾਨ ਭੁਗਤਣਾ ਪਏ। ਜੋ ਗੁਰੂ ਸਾਹਿਬ ਦੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਮਨਮੁਖ ਜੀਵ ਜਿਹੜਾ ਹੈ ਉਹ ਅੱਜ ਦਾਨ ਪੁੰਨ ਕਰ ਰਿਹਾ ਹੈ, ਕੱਲ੍ਹ ਨੂੰ ਕੋਈ ਚੋਰੀ ਕਰ ਰਿਹਾ ਹੈ। ਐਰਨ ਦੀ ਚੋਰੀ, ਸੂਈ ਦਾ ਦਾਨ। ਐਰਨ 2.5-3 ਮਣ ਹੁੰਦੀ ਹੈ, ਉਹਦੀ ਚੋਰੀ ਹੋ ਗਈ, ਇੱਕ ਸੂਈ ਦਾ ਦਾਨ ਕਰ ਦਿੱਤਾ। ਕੀ ਫਰਕ ਪੈ ਗਿਆ? ਇਹ ਹਾਲਤ ਮਨਮੁਖ ਦੀ ਹੈ। ਹਾਂਜੀ, ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਦੋਂ ਸਾਡੇ ਮਨ 'ਚ ਮੈਲ ਆ ਜਾਂਦੀ ਹੈ ਤਾਂ ਸਾਡੇ ਪਾਸੋਂ ਭਜਨ ਨਹੀਂ ਹੁੰਦਾ, ਸਾਡਾ ਨਾਮ ਨਾਲ ਪਿਆਰ ਨਹੀਂ ਲੱਗਦਾ। ਇਹ ਅਸੀਂ ਸੋਚਣਾ ਰੋਜ਼ ਦੇ ਰੋਜ਼ ਕਿ ਕਿਉਂ ਨਹੀਂ ਹੋ ਸਕਦਾ। ਅਗਰ ਸਾਡੇ ਵਿੱਚ ਕੋਈ ਨੁਕਸ ਹੈ ਤਾਂ ਅਸੀਂ ਸੁਬਾਹ ਦੇ ਟਾਈਮ ਉੱਠ ਕੇ ਬੈਠ ਕੇ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ, ਹੈ ਮਾਲਕ ਤੂੰ ਸਾਡੇ 'ਤੇ ਦਇਆ ਕਰ, ਮਿਹਰ ਕਰ। ਰੋਜ਼ ਭਖਿਆਰੀ ਦੀ ਵੀ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਤੁਸੀਂ ਭਖਿਆਰੀ ਕੋਲੋਂ ਹੀ ਕੋਈ ਸਬਕ ਲੈ ਲਓ। ਭਿਖਾਰੀ ਕਿਸੇ ਦੇ ਮੰਗਣ ਜਾਂਦਾ ਹੈ, ਬਰਤਨ ਨਹੀਂ ਪੈਂਦਾ ਅਤੇ ਦੂਜੇ ਦਿਨ ਫੇਰ ਚਲਾ ਜਾਂਦਾ ਹੈ, ਦੂਜੇ ਦਿਨ ਵੀ ਨਹੀਂ ਬਰਤਨ ਪੈਂਦਾ, ਤੀਜੇ ਦਿਨ ਫੇਰ ਚਲਾ ਜਾਂਦਾ ਹੈ। ਉਹ ਗੁੱਸਾ ਨਹੀਂ ਕਰਦਾ। ਇਸੇ ਤਰ੍ਹਾਂ ਤੁਸੀਂ ਵੀ ਉਸ ਦੇ ਭਿਖਾਰੀ ਬਣੋ ਪਰਮਾਤਮਾ ਦੇ। ਤੁਸੀਂ ਮੰਗੀ ਜਾਓ, ਇੱਕ ਦਿਨ ਜ਼ਰੂਰ ਮਿਹਰ ਪੈ ਜਾਏਗੀ। ਉਹ ਜਾਣਦਾ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਭਿਖਾਰੀ ਆਵਾਜ਼ ਦਿੰਦਾ ਹੈ, ਮਾਲਕ ਅੰਦਰ ਜਿਹੜਾ ਉਹ ਸੁਣਦਾ ਉਹਦੀ ਆਵਾਜ਼ ਨੂੰ, ਪਰ ਕਿਸੇ ਮਜਬੂਰੀ ਦੇ ਨਾਲ ਉਹਨੂੰ ਬਰਤਨ ਨਹੀਂ ਪਾ ਸਕਿਆ, ਬਾਹਰ ਨਹੀਂ ਆ ਸਕਿਆ, ਲੇਕਿਨ ਉਹਦੀ ਆਵਾਜ਼ ਨੂੰ ਸੁਣ ਰਿਹਾ। ਉਹ ਪਰਮਾਤਮਾ ਸਾਡੀ ਆਵਾਜ਼ ਨੂੰ ਵੀ ਸੁਣੇਗਾ, ਪਰ ਅਸੀਂ ਰੋਜ਼ ਦਾ ਰੋਜ਼ ਉਹਦੇ ਭਿਖਾਰੀ ਬਣੇ ਰਹੀਏ। ਇੱਕ ਦਿਨ ਜ਼ਰੂਰ ਸਾਨੂੰ ਉਹ ਦਇਆ ਦੇ ਦੇਗਾ, ਉਹ ਖੈਰ ਪਾ ਦੇਗਾ। ਕਦੀ ਹੋ ਨਹੀਂ ਸਕਦਾ ਕਿ ਨਹੀਂ ਪਾਏਗਾ। ਹਾਂਜੀ, ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮਨ ਮੁਖ ਮੈਲੇ ਮੂਏ,
ਜਾ ਸਨ ਪਤ ਗਵਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਮਨਮੁਖ ਜੀਵ ਜਿਹੜਾ ਉਹ ਮੈਲ ਦਾ ਭਰਿਆ ਅਤੇ ਮੈਲ ਦਾ ਭਰਿਆ ਹੀ ਮਰ ਜਾਂਦਾ। ਉਹ ਆਪਣੀ ਇੱਜ਼ਤ ਤੇ ਪਦ ਨੂੰ ਗਵਾ ਕੇ ਚਲਾ ਗਿਆ। ਨਾ ਇੱਥੇ ਕੋਈ ਇੱਜ਼ਤ ਹੋਈ, ਨਾ ਦਰਗਾਹ ਵਿੱਚ ਹੋਈ, ਨਾ ਇੱਥੇ ਕਿਸੇ ਨੇ ਚੰਗਾ ਕਿਹਾ ਉਸ ਨੂੰ, ਅਤੇ ਨਾ ਹੀ ਅੱਗੇ ਦਰਗਾਹ ਵਿੱਚ ਕਿਸੇ ਨੇ ਕਿਹਾ। 84 ਵਿੱਚ ਜਾਣਾ ਪਿਆ ਔਰ 84 ਦੇ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਭੂਤ ਪ੍ਰੇਤ ਬਣਨਾ ਪਿਆ। ਇਹ ਸਜ਼ਾਵਾਂ ਉਹਨੂੰ ਪੈ ਗਈਆਂ। ਹਾਂਜੀ। ਮਨ ਮੁਖ ਮੈਲੇ ਮੈਲੇ ਮੂਏ, ਜਾ ਸਨ ਪਤ ਗਵਾਏ। ਇੱਜ਼ਤ ਨੂੰ ਬਣਾਉਣ ਵਾਸਤੇ ਬਹੁਤ ਕੋਸ਼ਿਸ਼ ਕਰਨਾ ਪੈਂਦੀ ਹੈ। ਇੱਜ਼ਤ ਬਰਬਾਦ ਤਾਂ ਮਿੰਟਾਂ 'ਚ ਹੋ ਜਾਂਦੀ ਹੈ, ਲੇਕਿਨ ਬਣਾਉਣ ਵਾਸਤੇ ਬੜਾ ਟਾਈਮ ਲੱਗਦਾ। ਜਿਤਨੇ ਸਾਧੂ ਸੰਤ ਜੋਗੀ ਜਗੀਸ਼ਰ ਹੋਏ ਹੈ, ਉਹ ਕਿਸ ਵਾਸਤੇ ਬੰਦਗੀ ਕਰਦੇ ਹੈ, ਦਿਨ ਰਾਤ ਮਿਹਨਤਾਂ ਕਰਦੇ ਹੈ, ਸਿਰਫ ਇੱਜ਼ਤ ਬਣਾਉਣ ਵਾਸਤੇ, ਅੱਛਾ ਰਿਕਾਰਡ ਬਣਾਉਣ ਵਾਸਤੇ। ਬਰਬਾਦ ਕਰਨ ਵਾਸਤੇ ਤਾਂ 2 ਮਿੰਟ ਲੱਗਦੇ ਆ ਸਿਰਫ, ਔਰ ਇਹਨੂੰ ਇੱਜ਼ਤ ਨੂੰ ਬਣਾਉਣ ਵਾਸਤੇ ਟਾਈਮ ਲੱਗਦਾ। ਔਰ ਸਾਰੀ ਸਾਰੀ ਜ਼ਿੰਦਗੀ ਉਹ ਇਸੇ ਪਾਸੇ 'ਤੇ ਲੱਗੇ ਰਹਿੰਦੇ ਹੈ ਕਿ ਸਾਡੀ ਇੱਜ਼ਤ ਬਣ ਜਾਏ, ਇੱਥੇ ਵੀ ਔਰ ਦਰਗਾਹ ਵਿੱਚ ਵੀ। ਉਸ ਨੇ ਵੀ ਸਾਨੂੰ ਤਦ ਹੀ ਮਨਜ਼ੂਰ ਕਰਨਾ ਹੈ ਜੇ ਸਾਡਾ ਅੱਛਾ ਰਿਕਾਰਡ ਹੋਏਗਾ। ਜੇ ਅਸੀਂ ਇੱਥੇ ਚੋਰੀਆਂ ਠੱਗੀਆਂ ਅਤੇ ਹੋਰ ਵੈਰ ਲਾਰੀਆਂ ਕਰਾਂਗੇ ਅਤੇ ਸਾਨੂੰ ਅਗਲਾ ਮਨਜ਼ੂਰ ਕਿੱਦਾਂ ਕਰੇਗਾ। ਕਈ ਵਾਰ ਇਹ ਦੱਸਿਆ ਹੈ ਕਿ ਫਰੀਦ ਸਾਹਿਬ ਜੀ ਇੱਕ ਵਾਰ ਕੰਜਰਾਂ ਦੇ ਬਾਜ਼ਾਰ ਦੇ ਵਿੱਚੋਂ ਜਾ ਰਹੇ ਸਨ। ਇੱਕ ਕੰਜਰੀ ਨੇ ਆਪਣੀ ਦਾਸੀ ਨੂੰ ਕਿਹਾ ਕਿ ਜਾ ਸ਼ੇਖਾਂ ਦੇ ਮਹੱਲੇ, ਉੱਥੇ ਇੱਕ ਬੰਦਾ ਮਰਿਆ ਹੈ, ਦੇਖ ਉਹ ਬੇਇੱਜ਼ਤਾਂ ਨੂੰ ਗਿਆ ਕਿ ਦੋਸ਼ਕਾਂ ਨੂੰ ਗਿਆ। ਅਤੇ ਫਰੀਦ ਸਾਹਿਬ ਜੀ ਚੁੱਪ ਕਰਕੇ ਬਹਿ ਗਏ ਕਿ ਮੈਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਲੱਗਾ ਬੇਇੱਜ਼ਤਾਂ ਦੋਸ਼ਕਾਂ ਦਾ, ਇਸ ਨੂੰ ਕਿੱਦਾਂ ਪਤਾ ਹੈ। ਜਦੋਂ ਵਾਪਸ ਆਏ ਅਤੇ ਕਹਿਣ ਲੱਗੇ ਬੀਬੀ ਜੀ ਉਹ ਤਾਂ ਬੇਇੱਜ਼ਤਾਂ ਨੂੰ ਗਿਆ। ਫਰੀਦ ਸਾਹਿਬ ਨੇ ਪੁੱਛਿਆ ਕਿ ਤੈਨੂੰ ਕਿੱਦਾਂ ਪਤਾ ਹੈ ਕਿ ਬੇਇੱਜ਼ਤਾਂ ਨੂੰ ਗਿਆ ਹੈ। ਉਹ ਲੜਕੀ ਨੇ ਕਿਹਾ ਬਾਬਾ ਜੀ ਇਹ ਥੋੜ੍ਹਾ ਤਜਰਬਾ ਹੈ। ਕੀ ਤਜਰਬਾ ਹੈ ਕਿ ਮਰਨ ਤੋਂ ਬਾਅਦ ਜਿਸ ਬੰਦੇ ਦੀ ਲੋਕੀ ਤਾਰੀਫ ਕਰਦੇ ਹੈ ਕਿ ਇਹ ਚੰਗਾ ਸੀ, ਉਹਦੀ ਇੱਥੋਂ ਗਵਾਹੀ ਬਣ ਜਾਂਦੀ ਹੈ, ਉਹ ਸਿੱਧਾ ਬੇਇੱਜ਼ਤਾਂ ਨੂੰ ਜਾਂਦਾ ਹੈ। ਸਾਡੀ ਇੱਥੋਂ ਗਵਾਹੀ ਬਣਨੀ ਹੈ। ਜੇ ਅਸੀਂ ਚੰਗੇ ਹੋਵਾਂਗੇ ਤਾਂ ਬਾਅਦ ਵਿੱਚ ਕੋਈ ਚੰਗਾ ਕਹੇਗਾ, ਜੇ ਚੰਗੇ ਨਹੀਂ ਹੋਵਾਂਗੇ ਤਾਂ ਕੋਈ ਚੰਗਾ ਨਹੀਂ ਕਹੇਗਾ। ਮਰਨ ਤੋਂ ਬਾਅਦ ਕਿਸੇ ਦਾ ਕੋਈ ਡਰ ਨਹੀਂ ਹੁੰਦਾ। ਇਸ ਵਾਸਤੇ ਸਾਨੂੰ ਇੱਥੇ ਚੰਗਾਈ ਦੇ ਕੰਮ ਕਰਨੇ ਚਾਹੀਦੇ ਹੈ, ਈਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ, ਸਾਧ ਸੰਗਤ ਦੀ ਸੇਵਾ, ਉਹ ਅੱਛੇ ਨੇਕ ਪਾਕ ਕੰਮ ਨਾ ਉਹ ਕਰਨੇ ਚਾਹੀਦੇ ਤਾਂ ਕਿ ਸਾਡੀ ਇੱਥੇ ਗਵਾਹੀ ਬਣ ਜਾਵੇ ਚੰਗਾਈ ਦੀ। ਹਾਂਜੀ। ਮਨ ਮੁਖ ਮੈਲੇ ਮੈਲੇ ਮੂਏ, ਜਾ ਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੈ, ਮਲ ਹੋ ਮੈਂ ਜਾਏ ਸਮਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ, ਗੁਰ ਪ੍ਰਸਾਦੀ ਮਨ ਵਸੈ। ਇਹ ਪ੍ਰਸ਼ਾਦੀਆਂ ਨਹੀਂ ਜਿਹੜੀਆਂ ਰੋਟੀਆਂ ਜਾਂ ਹੋਰ ਕੋਈ, ਉਹ ਅਸਲ ਪ੍ਰਸ਼ਾਦੀ ਹੈ ਸ਼ਬਦ। ਜਿਸ ਦੇ ਅੰਦਰ ਉਹ ਸ਼ਬਦ ਵਸ ਜਾਂਦਾ ਹੈ, ਆਸਤੇ ਆਸਤੇ ਉਹਦੀ ਮੈਲ ਜਿਹੜੀ ਹੈ ਸਾਫ਼ ਹੋ ਜਾਂਦੀ ਹੈ। ਜਿਸ ਤਰ੍ਹਾਂ ਬਾਣੀ ਵਿੱਚ ਵੀ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਪਰੀਏ ਹੱਥ ਪੈਰ ਤਨ ਦੇ, ਲਾ ਪਾਣੀ ਉਤਰ ਸਖੇ, ਮੂਤ ਪਲੀਤ ਕੱਪੜ ਹੋ, ਲਾ ਸਬੂਣ ਲਈਏ ਧੋ, ਭਰੀਏ ਮਤ ਪਾਪਾਂ ਕੇ ਸੰਗ, ਬੋ ਉਤਰੇ ਨਾਮੇ ਕੇ ਰੰਗ। ਜਿੱਥੇ ਸਾਨੂੰ ਮੈਲ ਲੱਗਦੀ ਹੈ, ਉੱਥੇ ਦੁਨੀਆ ਦੀ ਕੋਈ ਚੀਜ਼ ਨਹੀਂ ਜਾ ਸਕਦੀ।
ਉੱਥੇ ਨਾਮ ਹੀ ਹੈ, ਨਾਮ ਵੀ ਵਧਿਆ ਔਰ ਸਾਡੇ ਕਰਮ ਵੀ ਵਧੇ ਨੇ। ਉੱਥੇ ਨਾਮ ਹੀ ਜਾ ਸਕਦਾ, ਉਹਦੇ ਨਾਲ ਹੀ ਅਸੀਂ ਸਾਫ਼ ਹੋ ਸਕਦੇ ਹਾਂ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਉਹਨਾਂ ਦੇ ਤਜਰਬੇ ਹੈ ਕਿ ਜਦ ਸਾਡੇ ਅੰਦਰੋਂ ਵਸ ਜਾਏਗੀ ਸਤਿਗੁਰ ਦੀ ਪ੍ਰਸ਼ਾਦੀ ਸ਼ਬਦ, तो साड़ी मैल आस्ते 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 साफ होना शुरू हो जाएगी। हाँ जी। गुर प्रसादी मन वसै मल हो में जाए समाए, ज्यों अंधेरे दीपक बालिए त्यों गुर ज्ञान अज्ञान तजाए। बाहर दी मिसाल गुरु साहब जी दे रहे है, जिस तरह असीं हनेरे कमरे दे विच दीवा बत्ती जगाउंदे हां तां फौरन ही सानूं सारियां चीज़ां लभना शुरू हो जांदियां ते हनेरे दा कोई पता सबूत नहीं रहिंदा किधर गया हैगा। इसे तरह गुरु दा ज्ञान जिहड़ा है, अब ज्ञान साढ़े अंदर जिहड़ा उस अब ज्ञान नूं उड़ा दिंदा है। जद अंदर ज्ञान आउंदा है, अब ज्ञान साढ़े अंदर जिहड़ा फौरन ही नेरे की तरह दूर हो जाता है। हाँ जी। ज्यों अंधेरे दीपक बालिए त्यों गुर ज्ञान अज्ञान तजाए। हम किया हम करेंगे, हम मूर्ख गावार। गुरु साहब जी बड़े प्यार दे नाल फरमा रहे हैं कि साढ़े च कितनी मूर्खताई है। जो असी वादे करते हम करेंगे, हम करने हार हाँ, असी मूर्ख हाँ, की कर सकते हैं असी। कबीर साहब जी महाराज फरमाउंदे है, हम दुनिया में आए थे, खाएंगे दुनिया का बहुमाल, वहाँ का वहाँ ही रह गया, पकड़ ले गया काल। कबीर साहब जी महाराज फरमाउंदे है कि जब हम दुनिया में आए तो यही सोचते थे कि हम दुनिया का माल बहुत सा खाएंगे, लेकिन ये तो यहाँ ही रह गया, पकड़ ले गया काल। जो गुरु साहब जी बाणी च फरमा रहे, ठीक फरमा रहे हैं। हम ये सोचते हम कर रहे हैं, ये कर रहे हैं, वो कर रहे हैं, हम क्या कर रहे हैं, हम क्या कर सकते हैं। ये उस मालिक की मौज है। हर एक फ़कीर जो भी दुनिया ते आया उसने अपने सतगुर का ही आसरा लिया। जे कोई अच्छा काम भी होया तद भी उन्हें सतगुर का ही नां लिया। जो भी होया सतगुर की मौज है। उन्हें सतगुर का आसरा लैके तुरते है। हजूर कई बार इस सत्संग अगे भी सुनाया है कि उन्हें लिखा है कि ऐ इंसान जे तू भजन करदा है तो इस तरह करके तू अपनी मर्जी नाल ना तुर। तू ना कहो कि मैं करदा, नाल तू सतगुर का आसरा रख। जब तू आसरा रखेगा तू कभी डोलेगा नहीं। जे तू अपने तौर पर चलेगा फिर तू डोल जाएगा। एक कबीर साहब जी महाराज फरमाउंदे है, स्वामी तू पर्वत है, मैं तेरी ओट लई है, ना तू डोलेगा ना हम गिरेंगे। साडा फर्ज है असी उस स्वामी परमात्मा की सतगुर की ओट लईए और वो आसरा लईए। ना सतगुर डोलेगा ना असी डोलेंगे, असी गिरेंगे नहीं। पर जब असी कल्ले हो जाते हैं उसलिए साडा गिरन का चैनस है। जदों आसरा रखांगे फिर साडा कोई गिरन का चैनस नहीं है। हाँ जी। हम किया हम करेंगे, हम मूर्ख गावार। करने वाला बिसरिया दूजे पाए प्यार।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਉਹ ਕਰਨੇ ਵਾਲਾ ਜਿਹੜਾ ਸਭ ਕੁਝ ਉਹਨੂੰ ਅਸੀਂ ਵਿਸਾਰ ਦਿੰਦੇ ਹਾਂ ਔਰ ਦੂਈ ਦੇ ਨਾਲ ਸਾਡਾ ਪਿਆਰ ਹੋ ਜਾਂਦਾ ਹੈ। ਜਿਹੜਾ ਸਭ ਕੁਝ ਕਰ ਰਿਹਾ ਹੈ ਉਹਨੂੰ ਅਸੀਂ ਵਿਸਾਰ ਦਿੰਦੇ ਹਾਂ। ਜਦੋਂ ਦੂਈ ਨਾਲ ਸਾਡਾ ਪਿਆਰ ਹੋ ਗਿਆ ਫਿਰ ਅਸੀਂ ਗਿਰੇ ਹੀ ਗਿਰੇ ਹੈਗੇ, ਕਿਸੇ ਵਕਤ ਵੀ ਸਾਨੂੰ ਧੋਖਾ ਲੱਗ ਸਕਦਾ ਹੈਗਾ। ਹਾਂਜੀ। ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ, ਮਾਇਆ ਜੇ ਵੱਡ ਦੁੱਖ ਨਹੀਂ, ਸਭ ਭਵ ਥਕੇ ਸੰਸਾਰ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਇਹ ਬਹੁਤ ਬੜਾ ਦੁੱਖ ਹੈ। ਇਹ ਸਹਿਜੋ ਬਾਈ ਨੇ ਵੀ ਬਾਣੀ 'ਚ ਫਰਮਾਇਆ ਹੈ। ਜਦੋਂ ਦੁਨੀਆ ਦੇ ਵਿੱਚ ਸਹਿਜੋ ਬਾਈ ਆਈ, ਬੰਦਗੀ ਕੀਤੀ, ਬੰਦਗੀ ਕਰਕੇ ਜਦ ਅੰਦਰਲੀ ਅੱਖ ਖੁੱਲ੍ਹੀ ਅਤੇ ਸੋਚਿਆ ਕਿ ਕੌਣ ਇੱਥੇ ਸੁਖੀ ਹੈ ਅਤੇ ਕੌਣ ਦੁਖੀ ਹੈ। ਸੰਤ ਸਾਡਾ ਪਹਿਲਾਂ ਇਹੀ ਸੋਚਦੇ ਹੈ, ਜਦ ਵੀ ਉਹ ਬੰਦਗੀ ਕਰਦੇ ਹੈ ਤਾਂ ਦੁਨੀਆ ਨੂੰ ਦੇਖਦੇ ਹੈ ਕਿ ਕਿਆ ਇਹ ਸੁਖੀਏ ਜਾਂ ਦੁਖੀਏ ਨੇ ਅਤੇ ਕਿਸ ਤਰ੍ਹਾਂ ਹੈਗੇ ਨੇ। ਜਿਨ੍ਹਾਂ ਲੋਕਾਂ ਨੂੰ ਅਸੀਂ ਬੜੇ ਧਨਾੜ ਲੋਕ, ਜਿਹੜੇ ਅਰਬਾਂਪਤੀ ਲੋਕ ਨੇ, ਅਸੀਂ ਸੁਖੀਏ ਸਮਝਦੇ ਹਾਂ। ਸਹਿਜੋ ਬਾਈ ਨੇ ਉਹਨਾਂ ਦੇ ਬਾਰੇ ਫਰਮਾਇਆ, ਤਨ ਬੈਨਤੇ ਅਤੀ ਦੁਖੀ ਨਿਰਦਨ ਦੁੱਖ ਕਾ ਰੂਪ, ਸਾਧ ਸੁਖੀ ਸਹਿਜੋ ਕੇ ਪਾਇਆ ਪੇਤ ਅਨੂਪ। ਜਿਹੜੇ ਬੜੇ ਬੜੇ ਅਰਬਾਂਪਤੀ ਲੋਕ ਨੇ, ਸਹਿਜੋ ਬਾਈ ਨੇ ਕਿਹਾ ਕਿ ਉਹ ਬੜੇ ਦੁਖੀਏ ਨੇ, ਔਰ ਜਿਹੜੇ ਉਸ ਚੀਜ਼ ਨੂੰ ਮੰਗ ਰਹੇ ਹੈ ਉਹ ਵੀ ਦੁਖੀਏ ਨੇ, ਉਹਨਾਂ ਨੂੰ ਮਿਲਦੀ ਨਹੀਂ, ਉਹ ਵੀ ਦੁਖੀਏ ਨੇ। ਅਤੇ ਕੌਣ ਸੁਖੀਆ ਹੋਇਆ? ਕੋਈ ਸਾਧੂ, ਪਰਮਾਤਮਾ ਦਾ ਪਿਆਰਾ, ਜਿਸ ਨੇ ਈਸ਼ਵਰ ਦੀ ਭਗਤੀ ਕੀਤੀ, ਜਿਸ ਨੇ ਉਸ ਮਾਲਕ 'ਤੇ ਵਿਸ਼ਵਾਸ ਰੱਖਿਆ। ਆਏ ਦੀ ਖੁਸ਼ੀ ਨਹੀਂ ਅਤੇ ਗਏ ਦੀ ਗਮੀ ਨਹੀਂ। ਜੋ ਮਾਲਕ ਦੀ ਮੌਜ ਹੈ, ਜੋ ਆ ਗਿਆ, ਜੇ ਚਲਾ ਗਿਆ ਤਾਂ ਚਲਾ ਗਿਆ, ਉਹ ਸੁੱਖ ਲੈ ਗਿਆ, ਬਾਕੀ ਕੋਈ ਸੁਖੀਆ ਨਹੀਂ। ਹਾਂਜੀ। ਮਾਇਆ ਜੇ ਵੱਡ ਦੁੱਖ ਨਹੀਂ, ਸਭ ਭਵ ਥਕੇ ਸੰਸਾਰ, ਗੁਰਮਤੀ ਸੁਖ ਪਾਈਐ, ਸਚ ਨਾਮ ਔਰ ਧਾਰ। ਗੁਰੂ ਸਾਹਿਬ ਜੀ ਤਰੀਕਾ ਦੱਸ ਰਹੇ ਹੈ ਕਿ ਭਾਈ ਸੁੱਖ ਤੂੰ ਕਿਸ ਤਰ੍ਹਾਂ ਲਏਗਾ। ਗੁਰਮਤੀ ਸੁਖ ਪਾਈ, ਸਤਿਗੁਰ ਦੀ ਮੱਤ ਲੈ। ਸਤਿਗੁਰ ਕੀ ਮੱਤ ਦਿੰਦੇ ਹੈ ਕਿ ਭਾਈ ਚੋਰੀਆਂ ਠੱਗੀਆਂ ਫਰੇਬਕਾਰੀਆਂ ਛੱਡ ਦੇ ਔਰ ਨਾਮ ਜਪ, ਈਸ਼ਵਰ ਦੀ ਭਗਤੀ ਕਰ। ਉਹ ਸਾਨੂੰ ਕੋਈ ਮਾੜਾ ਕਰਮ ਨਹੀਂ ਦੱਸਦੇ, ਉਹ ਸਾਨੂੰ ਅੱਛਾ ਕੰਮ ਦੱਸਣਗੇ ਕਿ ਈਸ਼ਵਰ ਦੀ ਭਗਤੀ ਕਰ। ਜਿਹੜਾ ਸਿੱਖ ਮੱਤ ਲੈ ਕੇ ਸਤਿਗੁਰ ਦੀ ਤੁਰਦਾ ਹੈ, ਉਹ ਇੱਕ ਦਿਨ ਸੁਖੀਆ ਹੋ ਜਾਂਦਾ, ਉਹ ਆਪਣੇ ਦੇਸ਼ ਪਹੁੰਚ ਜਾਂਦਾ ਹੈ, 84 ਦਾ ਚੱਕਰ ਉਸ ਦਾ ਮੁੱਕ ਜਾਂਦਾ ਹੈ। ਹਾਂਜੀ। ਗੁਰਮਤੀ ਸੁਖ ਪਾਈਐ, ਸਚ ਨਾਮ ਔਰ ਧਾਰ, ਜਿਸ ਨੂੰ ਮਿਲੇ ਸੋ ਮਿਲੇ, ਹੋਂ ਤਿਸ ਬਲਿਹਾਰੇ ਜਾਓ। ਗੁਰੂ ਸਾਹਿਬ ਜੀ ਆਪਣੇ ਸਤਿਗੁਰ ਦੀ ਹੀ ਤਾਰੀਫ ਕਰ ਰਿਹਾ ਹੈ। ਐ ਸਤਿਗੁਰ ਜਿਸ ਨੂੰ ਮਿਲੇ ਸੋ ਮਿਲੇ, ਤੂੰ ਜਿਸ ਨੂੰ ਮਿਲੇਗਾ ਉਹ ਹੀ ਮਿਲੇਗਾ। ਅਸੀਂ ਉਹਦੇ ਤੋਂ ਬਲਿਆਰ ਹਾਂ, ਅਸੀਂ ਬਾਰੇ ਬਾਰੇ ਜਾਂਦੇ ਹਾਂ। ਇਹ ਤੇਰੀ ਮੌਜ ਹੈ, ਜਿਸ ਨੂੰ ਤੂੰ ਮਿਲੇਗਾ ਉਹ ਜੀਵ ਮਿਲ ਜਾਏਗਾ। ਇਹ ਆਪਣੇ ਆਪ ਨਹੀਂ ਮਿਲ ਸਕਦਾ, ਆਪਣੇ ਸਾਡੇ 'ਚ ਕੋਈ ਸ਼ਕਤੀ ਨਹੀਂ, ਕੋਈ ਤਾਕਤ ਨਹੀਂ ਹੈਗੀ। ਹਾਂਜੀ। ਜਿਸ ਨੂੰ ਮਿਲੇ ਸੋ ਮਿਲੇ,
ਜਿਸ ਨੂੰ ਮੈਂ ਕਹਿ ਵੀ ਦਿੱਤਾ ਤੈਨੂੰ, ਜਿਸ ਨੂੰ ਮੇਲੇ ਸੋ ਮਿਲੇ। ਦੋਏ ਲਫ਼ਜ਼ ਇੱਕੋ ਜਿਹੇ ਨਹੀਂ ਨਾ ਹੈਗੇ। ਜਿਸ ਨੂੰ ਮਿਲੇ ਸੋ ਮਿਲੇ, ਹੋਂ ਤਿਸ ਬਲਿਹਾਰ ਜਾਓ। ਐ ਮਨ ਭਗਤੀ ਰਤਿਆ, ਸੱਚ ਬਾਣੀ ਨਿਜ ਥਾਓ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਐ ਮਨ ਤੂੰ ਭਗਤੀ ਦੇ ਵਿੱਚ ਰਤ, ਉਹ ਸੱਚੀ ਬਾਣੀ ਤੇਰੇ ਅੰਦਰ ਆ ਰਹੀ ਹੈ। ਉਹ ਸੱਚੀ ਬਾਣੀ ਦੇ ਨਾਲ ਤੂੰ ਪਿਆਰ ਕਰ। ਉਹ ਸੱਚੀ ਬਾਣੀ ਸਾਡੇ ਅੰਦਰ ਜੋ ਸ਼ਬਦ ਆ ਰਿਹਾ ਹੈ, ਸਵਾਮੀ ਜੀ ਉਸ ਨੂੰ ਧੁਨ ਕਰਕੇ ਫਰਮਾਉਂਦੇ ਹੈ। ਮੁਸਲਮਾਨ ਉਹਨੂੰ ਵਾਂਗੇ ਸ਼ਮਾਨੀ ਕਹਿੰਦੇ ਹੈ। ਬਾਣੀ ਵਿੱਚ ਨਾਮ ਸ਼ਬਦ ਕਿਹਾ ਗਿਆ ਹੈ, ਉਹ ਸੱਚੀ ਹੈ, ਉਹ ਸਾਡੇ ਅੰਦਰ ਆ ਰਹੀ ਹੈ। ਅੱਜ ਵੀ ਹੈ, ਪਹਿਲਾਂ ਵੀ ਸੀ, ਔਰ ਫਿਰ ਵੀ ਉਸੇ ਨਾਲ ਰਹਿਣਾ। ਉਹਦੇ ਨਾਲ ਸਾਡਾ ਪਿਆਰ ਚਾਹੀਦਾ ਹੈ। ਉਹ ਆਪਣੇ ਘਰ ਲੈ ਜਾਏਗੀ ਸਾਨੂੰ ਇੱਕ ਦਿਨ, ਪਰ ਸਾਡਾ ਉਹਦੇ ਨਾਲ ਪਿਆਰ ਹੋਏਗਾ। ਦਿਨ ਰਾਤ ਅਸੀਂ ਦੇਖਾਂਗੇ, ਬੰਦਗੀ ਕਰਾਂਗੇ, ਧਿਆਨ ਧਰਾਂਗੇ। ਜਿਸ ਤਰ੍ਹਾਂ ਸਵਾਮੀ ਜੀ ਕਿਹਾ ਕਿ ਬੈਠ ਅਕੇਲਾ ਧਿਆਨ ਧਰ ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤੂੰ ਰੋਜ਼ ਰੋਜ਼ ਬੈਠ ਔਰ ਧਿਆਨ ਧਰ, ਫਿਰ ਤੈਨੂੰ ਕੁਛ ਨਾ ਕੁਛ ਨਿਸ਼ਾਨੀ ਜ਼ਰੂਰ ਮਿਲ ਜਾਏਗੀ। ਇਹ ਨਾ ਕਿ ਇੱਕ ਦਿਨ ਅਸੀਂ ਬੈਠੇ ਤੇ 2 ਮਹੀਨੇ ਛੁੱਟੀਆਂ ਕਰ ਲਈ, ਫਿਰ ਸਾਨੂੰ ਕੀ ਮਿਲੇਗਾ। ਹਾਂਜੀ। ਭਗਤੀ ਰਤਿਆ, ਸੱਚ ਬਾਣੀ ਨਿਜ ਥਾਓ। ਮਨ ਰਤੇ ਜੀਵਾ ਰਤੀ, ਹਰ ਗੁਣ ਸੱਚੇ ਗਾਓ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਜੇ ਮਨ ਰਤਾ ਤਾਂ ਜੀਵਾ ਵੀ ਰਤ ਗਈ। ਫਿਰ ਜੀਵ ਦੇ ਨਾਲ ਵੀ ਸੰਤਾਂ ਮਹਾਂਪੁਰਖਾਂ ਦੀ ਬਾਣੀ ਪੜ੍ਹੋ। ਉਹ ਹਰ ਇੱਕ ਲਫ਼ਜ਼ ਜਿਹੜਾ ਉਹਦੇ ਵਿੱਚ ਰਸ ਆਉਂਦਾ ਹੈ, ਪਿਆਰ ਆਉਂਦਾ ਹੈ, ਮੁਹੱਬਤ ਆਉਂਦੀ ਹੈ। ਉਹ ਜੋ ਵੀ ਆਪਣੀ ਰਸਨਾ ਚੋਂ ਕੱਢਦੇ ਹੈ, ਉਹ ਪਿਆਰ ਦੇ ਨਾਲ, ਕਿਉਂਕਿ ਉਹਨਾਂ ਦੀ ਜ਼ਬਾਨ ਵੀ ਰਤ ਜਾਂਦੀ ਹੈ। ਉਹ ਦੂਸਰਾ ਲਫ਼ਜ਼ ਨਹੀਂ ਕਹਿੰਦੇ ਕੋਈ ਵੀ, ਉਹ ਜੋ ਵੀ ਕਹਿਣਗੇ ਸਾਡੇ ਫਾਇਦੇ ਵਾਸਤੇ ਕਹਿਣਗੇ। ਹਾਂਜੀ। ਮਨ ਰਤੈ ਜੀਵਾ ਰਤੀ, ਹਰ ਗੁਣ ਸੱਚੇ ਗਾਓ। ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ ਸਮਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਨਾਨਕ ਨਾਮ ਨਾ ਬਿਸਰੈ। ਅਗਰ ਸਾਨੂੰ ਨਾਮ ਨਹੀਂ ਬਿਸਰੇਗਾ ਤੇ ਅਸੀਂ ਉਸ ਸੱਚੇ ਮਾਲਕ ਦੇ ਨਾਲ ਜਾ ਕੇ ਮਿਲ ਜਾਵਾਂਗੇ। ਜਿਸ ਸਮੁੰਦਰ ਦੀ ਬੂੰਦ ਅਸੀਂ ਆਏ ਹਾਂ, ਉਸ ਸਮੁੰਦਰ 'ਚ ਦਾਖਲ ਹੋ ਜਾਵਾਂਗੇ। ਪਰ ਜੇ ਸਾਨੂੰ ਬਿਸਰ ਗਿਆ ਤੇ ਫਿਰ ਸਾਨੂੰ ਦਰ ਦਰ ਧੱਕੇ ਖਾਣਾ ਪੈਣਗੇ। ਫਿਰ 84 ਦੇ ਚੱਕਰ ਵਿੱਚ ਸਾਨੂੰ ਜਾਣਾ ਪਏਗਾ। ਅਗਰ ਨਾਮ ਨਾ ਬਿਸਰੇਗਾ, ਫਿਰ ਅਸੀਂ ਜਿਸ ਘਰ 'ਚੋਂ ਆਏ ਹਾਂ ਉਸ ਘਰ ਇੱਕ ਦਿਨ ਚਲੇ ਜਾਵਾਂਗੇ ਔਰ ਸੁੱਖ ਦੇ ਦੇਸ਼ ਚਲੇ ਜਾਵਾਂਗੇ। ਹਮੇਸ਼ਾ ਦਾ ਜਿੱਥੇ ਸੁੱਖ ਹੀ ਸੁੱਖ ਹੈ, ਜਿੱਥੇ ਕੋਈ ਬੜਾ ਨਹੀਂ ਛੋਟਾ ਨਹੀਂ, ਹਰ ਇੱਕ ਨੂੰ ਇੱਕੋ ਜਿਹਾ ਹੱਕ ਮਿਲਦਾ ਹੈ। ਉਸ ਦੇਸ਼ ਅਸੀਂ ਚਲੇ ਜਾਵਾਂਗੇ ਜਿੱਥੇ ਹਮੇਸ਼ਾ ਹੀ ਅਸੀਂ ਸੁਖੀ ਰਹਿਣਾ ਹੈ। ਹਾਂਜੀ। ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ ਸਮਾ।